ਅੱਜ ਤੁਸੀਂ ਬਾਦਲਾਂ ਤੋਂ ਕਿਨਾਰਾ ਕਰ ਲਿਆ। ਮੇਰਾ ਪਿਆਰ ਮੇਰੀ ਪਾਪੂਲੈਰਿਟੀ ਹੀ ਮੇਰੀ ਪਾਰਟੀ ਵਿੱਚ ਕੋਈ ਕਮਜ਼ੋਰੀ ਬਣ ਗਈ। ਬਾਦਲਾਂ ਦੇ ਨਾਲ ਜੁੜ ਕੇ ਸਭ ਤੋਂ ਜ਼ਿਆਦਾ ਨੁਕਸਾਨ ਜਿਹੜਾ ਤੁਸੀਂ ਝੱਲਿਆ ਉਹ ਸਾਰੇ ਮੇਰੇ ਐਂਟੀ ਮਤਲਬ ਕਿ ਉਦਾਂ ਨਹੀਂ ਸੀ ਸ਼ੋਅ ਕਰਦੇ। ਮੇਰੀ ਬੇਟੀ ਦੀ ਡੈਥ ਹੋਈ, ਉਹ ਸਾਰਿਆਂ ਨੂੰ ਉਹਨਾਂ ਨੇ ਪੋਲੀਟੀਕਲੀ ਇੰਨਾ ਉਛਾਲ ਕੇ ਮੈਨੂੰ ਨੁਕਸਾਨ ਕੀਤਾ। ਲੱਗਦਾ ਵੀ ਹੁਣ ਆਜ਼ਾਦ ਹੋ। ਸਾਨੂੰ ਲੋਕ ਕਹਿੰਦੇ ਸੀਗੇ ਕਿ ਤੁਸੀਂ ਕਿਉਂ ਇਹਨਾਂ ਪਿੱਛੇ ਝੂਠ ਬੋਲਦੇ ਹੋ। ਸਾਡੀ ਗਲਤੀ ਸੀ। ਜੇ ਰਾਮ ਰਹੀਮ ਦੀ ਵੀ ਆਪਾਂ ਗੱਲ ਕਰੀਏ ਤਾਂ ਅੱਜ ਕੀ ਕਾਰਨ ਹੈ ਵੀ ਉਸ ਟਾਈਮ ਦੇ ਉੱਤੇ ਤੁਸੀਂ ਉਹਨਾਂ ਦੇ ਜਵਾਬ ਦਿੰਦੇ ਸੀ, ਅੱਜ ਉਹੀ ਸਵਾਲ ਚੁੱਕ ਰਹੇ ਹੋ ਤੁਸੀਂ। ਵਿੱਚ ਇਹ ਦੁੱਖ ਸੀਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਕਰਵਾਇਆ ਕਿਹਨੇ। ਖੁੱਲ ਕੇ ਵਿਰੋਧ ਕਰਦੇ ਤੁਸੀਂ ਤਾਂ ਸ਼ਾਇਦ ਮਸਲਾ ਹੱਲ ਹੁੰਦਾ। ਬਾਹਰ ਅੱਜ ਮੈਨੂੰ ਬਿਲਕੁਲ ਸਕੂਨ ਹੈ ਕਿ ਮੈਂ ਬਿਲਕੁਲ ਸਪਸ਼ਟ ਗੱਲ ਕਰਕੇ ਆਪਣੀ ਸ਼ਾਂਤੀ ਕਰ ਰਹੀ ਹਾਂ। ਹੁਣ ਰਾਮ ਰਹੀਮ ਦੀ ਗੱਲ ਕਰੀਏ ਤਾਂ ਚੌਥੀ ਵਾਰ ਪੈਰੋਲ ਤੇ ਆ ਤਾਂ ਉਧਰ ਬੰਦੀ ਸਿੰਘਾਂ ਨੂੰ ਰਿਹਾਈ ਨਹੀਂ ਮਿਲ ਰਹੀ। ਇਹ ਹਰਿਆਣਾ ਸਰਕਾਰ ਨੂੰ ਕੀ ਮਜਬੂਰੀ ਹੈ ਕਿ ਬਾਰ-ਬਾਰ ਉਹਨੂੰ ਪੈਰੋਲ ਤੇ ਭੇਜਦੇ ਆ। ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਵੀ ਕੀਤੀ ਹੈ, ਤੁਸੀਂ ਮੋਰਚੇ ਦੇ ਵਿੱਚ ਸ਼ਾਮਲ ਕਿਉਂ ਨਹੀਂ ਹੋਏ, ਜਾ ਕੇ ਬੈਠੇ ਕਿਉਂ? ਇੱਥੇ ਆਵਾਜ਼ ਦਿੱਤੀ ਜਾਂ ਉੱਥੇ ਜਾ ਕੇ ਆਵਾਜ਼ ਦਿੱਤੀ, ਗੱਲ ਤਾਂ ਇੱਕੋ ਹੀ ਹੈ। ਮੈਨੂੰ ਕੋਈ ਇਹ ਨਹੀਂ ਕਿ ਮੈਨੂੰ ਕੋਈ ਕਿਸੇ ਤੋਂ ਮੈਨੂੰ ਡਰ ਹੈ ਜਾਂ ਮੈਨੂੰ ਕਿਸੇ ਤੋਂ ਧਮਕਾਇਆ। ਸਿਆਸੀ ਕਰੀਅਰ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਦੇਖਦੇ ਹੋ ਜਾਂ ਲੱਗਦਾ ਕਿ ਬੀਬੀ ਜਗੀਰ ਕੌਰ ਕਿਸੇ ਹੋਰ ਪਾਰਟੀ ਦੇ ਨਾਲ ਜੁੜ ਕੇ ਅੱਗੇ ਚੋਣ ਲੜਨ ਦੀ ਤਿਆਰੀ ਕਰ? ਉਹਨਾਂ ਨੂੰ ਤਾਂ ਲੋਕੀ ਮੰਨਦੇ ਹੀ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ। ਹੁਣ ਖਾਲੀ ਅਕਾਲੀ ਦਲ ਨਹੀਂ ਰਹੇਗਾ, ਹੁਣ ਸ਼੍ਰੋਮਣੀ ਅਕਾਲੀ ਦਲ ਬਣੇਗਾ। ਲਿਫਾਫਾ ਕਲਚਰ ਨੂੰ ਲੈ ਕੇ ਬੀਬੀ ਜਗੀਰ ਕੌਰ ਹੁਣਾਂ ਦੇ ਵੱਲੋਂ ਬਾਦਲਾਂ ਦਾ ਖੁੱਲ੍ਹ ਕੇ ਵਿਰੋਧ ਕੀਤਾ ਜਾ ਰਿਹਾ ਤੇ ਅਕਸਰ ਇਹ ਗੱਲ ਵੇਖੀ ਗਈ ਹੈ ਕਿ ਜਿਹੜੇ ਵੀ ਸਿਆਸੀ ਬੰਦਿਆਂ ਦੇ ਵੱਲੋਂ ਬਾਦਲਾਂ ਦਾ ਸਾਥ ਛੱਡਿਆ ਗਿਆ ਹੈ, ਉਹਨਾਂ ਵਿੱਚ ਭਾਵੇਂ ਗੱਲ ਕਰ ਲਈਏ ਸੁਖਦੇਵ ਸਿੰਘ ਢੀਂਡਸਾ ਦੀ, ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ ਤੇ ਹੋਰ ਕਈ ਜਿਹੜੇ ਨਾਮਵਰ ਸਿਆਸੀ ਬੰਦੇ ਸਨ ਜਿਨ੍ਹਾਂ ਨੇ ਬਾਦਲਾਂ ਦਾ ਸਾਥ ਛੱਡਿਆ ਹੈ, ਰਾਜਨੀਤੀ ਦੇ ਵਿੱਚ ਉਹ ਖਾਸੇ ਜਿਹੜੇ ਨੇ ਨਜ਼ਰ ਨਹੀਂ ਆਏ। ਤਾਂ ਅੱਜ ਬੀਬੀ ਜਗੀਰ ਕੌਰ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਬੀਬੀ ਜੀ, ਸਭ ਤੋਂ ਪਹਿਲਾ ਸਵਾਲ, ਅੱਜ ਆਪਣੇ ਆਪ ਨੂੰ ਕਿੱਥੇ ਖੜਾ ਵੇਖਦੇ ਹੋ? ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਤੇ ਚੈਨਲ ਦੇ ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਜਿਸ ਨੇ ਮਨੁੱਖ ਨੇ ਸੇਵਾ ਕਰਨੀ ਹੋਵੇ, ਉਹ ਭਾਵੇਂ ਕਿਸੇ ਪਾਰਟੀ ਵਿੱਚ ਬੈਠਾ ਹੋਵੇ, ਭਾਵੇਂ ਉਹ ਕਿਤੇ ਬੈਠਾ ਹੋਵੇ, ਆਪਣੇ ਆਪ ਨੂੰ ਉਹਨੇ ਸੇਵਾਦਾਰੀ ਸਮਝਣਾ ਜੀ। ਜਿੱਥੇ ਤੱਕ ਮੇਰੀ ਗੱਲ ਹੈ, ਮੈਂ ਪਹਿਲਾਂ ਵੀ ਉੱਦਾਂ ਹੀ ਸੀ, ਹੁਣ ਵੀ ਉੱਦਾਂ ਹੀ। ਲੋਕਾਂ 'ਚ ਹੀ ਪਹਿਲਾਂ ਵਿਚਰਦੀ ਸੀ, ਲੋਕਾਂ ਦੀ ਗੱਲ ਕਰਦੀ ਸੀ, ਇਨਸਾਨੀਅਤ ਦੀ ਗੱਲ ਕਰਦੀ ਸੀ, ਸ਼ਿਸ਼ਟਾਚਾਰ ਦੀ ਗੱਲ ਕਰਦੀ ਸੀ, ਜਾਂ ਵਧੀਆ ਸ਼੍ਰੋਮਣੀ ਅਕਾਲੀ ਦਲ ਦੀ ਇਤਿਹਾਸ ਦੀ ਗੱਲ ਕਰਦੀ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜ਼ਿੰਮੇਵਾਰੀਆਂ ਦੀ ਗੱਲ ਕਰਦੀ ਸੀ, ਧਰਮ ਦੇ ਪ੍ਰਚਾਰ ਦੀ ਗੱਲ ਕਰਦੀ ਸੀ। ਮੇਰਾ ਬਿਲਕੁਲ ਉਹੀ ਸੁਭਾਅ ਅਤੇ ਆਪਣੇ ਸੁਭਾਅ ਤੋਂ ਮੈਂ ਅਲੱਗ ਨਹੀਂ ਹੋ ਸਕਦੀ। ਅੱਜ ਵੀ ਸਟੇਜਾਂ 'ਤੇ ਮੇਰਾ ਉਸੇ ਤਰ੍ਹਾਂ ਜਿੱਥੇ ਸਮਾਜੀ ਤੌਰ 'ਤੇ ਸਤਿਕਾਰ ਅਤੇ ਮਾਣ ਸਤਿਕਾਰ ਦਿੰਦੀਆਂ, ਉਸੇ ਤਰ੍ਹਾਂ ਮੈਂ ਆਪਣੀ ਡਿਊਟੀ ਜਿਹੜੀ ਹੈ ਬਾਖੂਬੀ ਨਾਲ ਨਿਭਾ ਰਹੀ ਹਾਂ। ਮੈਨੂੰ ਕਿਸੇ ਕਿਸਮ ਦਾ ਨਾ ਕੋਈ ਫਰਕ ਹੈ, ਸਗੋਂ ਇਹ ਹੋਇਆ ਬਿਹਤਰ ਇਹ ਹੈ ਕਿ ਪਹਿਲਾਂ ਮੈਨੂੰ ਕੋਈ ਐਸੀਆਂ ਗੱਲਾਂ ਦੇ ਸਵਾਲਾਂ ਦੇ ਜਵਾਬ ਦੇਣੇ ਪੈਂਦੇ ਸੀ ਜਿਹੜਾ ਕਈ ਵਾਰੀ ਉਹਨਾਂ ਗੱਲਾਂ ਨੂੰ ਗੋਲ ਮੋਲ ਕਰਕੇ ਮੈਂ ਹੋ ਸਕਦਾ ਕਿ ਆਪਣੇ ਸੁਭਾਅ ਤੋਂ ਉਲਟ ਵੀ ਜਾਂਦੀ ਹੋਵਾਂ, ਪਰ ਅੱਜ ਮੈਨੂੰ ਬਿਲਕੁਲ ਸਕੂਨ ਹੈ ਕਿ ਮੈਂ ਬਿਲਕੁਲ ਸਪਸ਼ਟ ਗੱਲ ਕਰਕੇ ਆਪਣੀ ਸ਼ਾਂਤੀ ਕਰ ਰਹੀ। ਲੱਗਦਾ ਵੀ ਹੁਣ ਆਜ਼ਾਦ ਹੋ? ਦੇਖੋ, ਮਨ ਦੀ ਆਜ਼ਾਦੀ ਤੇ ਮੈਂ ਕਦੀ ਗਵਾਈ ਨਹੀਂ। ਕਦੀ ਮੈਂ ਆਪਣੇ ਆਪ ਨੂੰ ਕਿਸੇ ਦਾ ਗੁਲਾਮ ਨਹੀਂ ਬਣਾਇਆ। ਕਦੀ ਮੈਂ ਆਪਣੇ ਸਿਧਾਂਤਕ ਤੌਰ ਦੇ ਉੱਤੇ ਕੋਈ ਐਸਾ ਫੈਸਲਾ ਨਹੀਂ ਕੀਤਾ ਜਿਹੜਾ ਕਿ ਮੇਰੇ ਸਿਧਾਂਤਾਂ ਨੂੰ ਕੋਈ ਠੋਕਰ ਵੱਜੇ। ਗੈਰ ਸਿਧਾਂਤਕ ਮੈਂ ਕਰ ਨਹੀਂ ਸਕਦੀ। ਇਹ ਜ਼ਰੂਰ ਹੈ ਕਿ ਜਦੋਂ ਪਾਰਟੀ ਦਾ ਡਿਸਿਪਲਿਨ ਹੋਵੇ, ਪਾਰਟੀ ਵਿੱਚ ਰਹਿ ਕੇ ਤੁਹਾਨੂੰ ਅੰਦਰ ਵੜ ਕੇ ਗੱਲ ਕਰਨੀ ਪੈਂਦੀ ਹੈ। ਅਤੇ ਜਿਹੜੇ ਅੰਦਰ ਜਿਨ੍ਹਾਂ ਦੇ ਬਾਰੇ ਅਸੀਂ ਗੱਲ ਕਰਦੇ ਹਾਂ, ਉਹ ਸਮਝਦੇ ਆ ਕਿ ਸਾਨੂੰ ਕਿਉਂ ਕਹਿੰਦੇ ਆ, ਕਿਉਂਕਿ ਅਸੀਂ ਲੀਡਰ ਹਾਂ, ਅਸੀਂ ਆਗੂ ਹਾਂ। ਇਹਨਾਂ ਦਾ ਕੰਮ ਹੈ ਸਿਰਫ ਜੋ ਅਸੀਂ ਕਹੀਏ ਉਹ ਕਰਨ। ਅਸੀਂ ਡਿਸਿਪਲਿਨ ਪਾਲਦੇ ਹਾਂ, ਸਾਡਾ ਫਰਜ਼ ਬਣਦਾ। ਜਦੋਂ ਕੋਈ ਚੁਣੌਤੀ ਆਉਂਦੀ ਹੈ, ਉਸ ਵੇਲੇ ਫਿਰ ਅਸੀਂ ਡਿਫੈਂਡ ਵੀ ਕਰਦੇ ਹਾਂ ਪਾਰਟੀ ਵਾਸਤੇ। ਮੈਨੂੰ ਇਸ ਗੱਲ ਦਾ ਥੋੜ੍ਹਾ ਜਿਹਾ ਹੈ ਕਿ ਬਹੁਤ ਸਾਰੀਆਂ ਸਾਡੀਆਂ ਪਾਰਟੀ ਦੇ ਲੈਵਲ ਦੇ ਉੱਤੇ ਐਸੀਆਂ ਗਲਤੀਆਂ ਹੋਈਆਂ ਜਿਨ੍ਹਾਂ ਨੂੰ ਲੋਕ ਅਜੇ ਤੱਕ ਮਾफ़ ਨਹੀਂ ਕਰਦੇ।
ਭਾਵੇਂ ਉਹ ਪਾਰਟੀ ਲੈਵਲ ਤੇ ਨਹੀਂ ਸੀ, ਇੰਡੀਵਿਜੂਅਲ ਤੌਰ ਦੇ ਉੱਤੇ ਜਾਂ ਸਰਕਾਰੀ ਤੌਰ ਦੇ ਉੱਤੇ ਜਿਨ੍ਹਾਂ ਨੇ ਫੈਸਲੇ ਲੈਣੇ ਸੀ ਉਹਨਾਂ ਕਰਕੇ ਸੀ, ਲੇਕਿਨ ਪਾਰਟੀ ਦੇ ਡਿਸਪਲਿਨ 'ਚ ਹੁੰਦਿਆਂ ਸਾਨੂੰ ਉਹ ਸਾਰਾ ਕੁਝ ਡਿਫੈਂਡ ਕਰਨਾ ਪਿਆ। ਜਿੱਥੇ ਉਹਨਾਂ ਗਲਤੀਆਂ ਦਾ ਮੁਆਵਜ਼ਾ ਅੱਜ ਸਾਰੀ ਪਾਰਟੀ ਭੁਗਤ ਰਹੀ ਹੈ, ਉੱਥੇ ਅਸੀਂ ਵੀ ਭੁਗਤਿਆ। ਸਾਨੂੰ ਲੋਕ ਕਹਿੰਦੇ ਸੀਗੇ ਕਿ ਪੰਜਾਬ ਦੇ ਲੋਕ ਵੀ ਤੇ ਬਾਕੀ ਲੋਕ ਵੀ ਕਿ ਤੁਸੀਂ ਕਿਉਂ ਇਹਨਾਂ ਪਿੱਛੇ ਝੂਠ ਬੋਲਦੇ ਹੋ। ਸਾਡੀ ਗਲਤੀ ਸੀ, ਨਹੀਂ ਸੀ ਬੋਲਣਾ ਚਾਹੀਦਾ। ਤਾਈਓ ਅਸੀਂ ਬੜੀ ਠੋਕਰ ਵੀ ਖਾਧੀ ਹੈ ਤੇ ਬੜਾ ਨੁਕਸਾਨ ਵੀ ਪਾਇਆ। ਮੈਂ ਸਮਝਦੀ ਹੈ ਕਿ ਅੱਜ ਮੈਂ ਮਹਿਸੂਸ ਕਰਦੀ ਹਾਂ ਕਿ ਸੱਚ ਮੈਂ ਪਹਿਲਾਂ ਵੀ ਕਹਿੰਦੀ ਸੀ ਉਹਨਾਂ ਨੂੰ, ਉਹ ਅੱਜ ਮੈਨੂੰ ਥੋੜ੍ਹਾ ਜਿਹਾ ਬਾਹਰ ਸਟੇਜਾਂ 'ਤੇ ਵੀ ਕਹਿਣਾ ਪੈਂਦਾ, ਚੈਨਲ ਰਾਹੀਂ ਵੀ ਕਹਿਣਾ ਪੈਂਦਾ। ਝੂਠ ਮੈਂ ਕਦੀ ਬੋਲਿਆ ਘੱਟ ਹੀ ਹੈ, ਪਰ ਉਦੋਂ ਗੋਲ-ਮੋਲ ਕਰਕੇ ਡਿਫੈਂਡ ਕਰਨਾ ਪੈਂਦਾ ਸੀਗਾ। ਹੁਣ ਜਰਾ ਕੀ ਹੈ ਕਿ ਮੈਂ ਗੱਲ ਸਪਸ਼ਟ ਕਰਦੀ ਹਾਂ ਕਿ ਨਹੀਂ, ਹੋਈ ਤੇ ਇਸ ਤਰ੍ਹਾਂ ਸੀ, ਪਰ ਜੇ ਅੱਜ ਮਨਾਂ ਦੀ ਸੱਟ ਹੈ, ਲੋਕਾਂ ਦੀ ਰੋਸ ਹੈ, ਗੁੱਸਾ, ਸੰਗਤ ਇਸ ਕਰਕੇ ਰੋਸ ਵਿੱਚ ਹੈ ਕਿ ਉਦੋਂ ਹੋਇਆ ਤੇ ਹੱਲ ਕਿਉਂ ਨਹੀਂ ਹੋਇਆ। ਅਸੀਂ ਵੀ ਕਹਿੰਦੇ ਸੀ ਕਿ ਜੇ ਕੋਈ ਸਾਡੇ ਕੋਲੋਂ ਮੰਨ ਲਓ ਕਿ ਕਾਹਲੀ ਵਿੱਚ ਕੋਈ ਫੈਸਲਾ ਹੋ ਗਿਆ ਜਾਂ ਕੋਈ ਰਾਮ ਰਹੀਮ ਦੀ ਗੱਲ ਹੋ ਗਈ ਹੈ, ਜੇ ਪਰਚਾ ਦਰਜ ਕਰਾਇਆ ਸੀ ਤੇ ਉਹ ਪਰਚਾ ਸਿਰੇ ਕਿਉਂ ਨਹੀਂ ਚੜਿਆ। ਭਾਵ 2007 ਵਿੱਚ ਰਾਮ ਰਹੀਮ ਨੇ ਸਵਾਂਗ ਰਚਾਇਆ, ਉਹਦੇ ਖਿਲਾਫ ਪਰਚਾ ਦਰਜ ਹੋਇਆ, ਉਹ ਪਰਚਾ ਸਿਰੇ ਚੜ੍ਹਨਾ ਚਾਹੀਦਾ ਸੀ। ਜੇ ਉਹ ਕਾਰਵਾਈ ਸਹੀ ਢੰਗ ਨਾਲ ਹੁੰਦੀ, ਕੋਈ ਅਰਜ਼ੀ ਨਾ ਦਿੰਦਾ, ਕੇਸ ਵਾਪਸ ਨਾ ਹੁੰਦਾ, ਉਹਨੂੰ ਸਜ਼ਾ ਹੋਈ ਹੁੰਦੀ, ਤਾਂ ਫਿਰ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਹੁੰਦੀ। ਜੇ ਬੇਅਦਬੀ ਹੋਈ ਸੀ ਤੇ ਉਹਨੂੰ ਜਲਦੀ ਦੇ ਨਾਲ ਲੋਕੇਟ ਕਰ ਲਿਆ ਜਾਂਦਾ, ਫੜੇ ਜਾਂਦੇ, ਬਦਲੀ ਕਰਨ ਵਾਲੇ ਕੌਣ ਸੀ, ਤਾਂ ਜਦੋਂ ਫੜੇ ਜਾਂਦੇ ਉਹਦੀ ਤਾਰ ਜੇ ਰਾਮ ਰਹੀਮ ਵਾਲੇ ਪਾਸੇ ਗਈ ਸੀ ਤੇ ਉਹਨਾਂ ਨੂੰ ਵੀ ਉਹਦੇ ਵਿੱਚ ਪਾ ਕੇ ਉਹਨੂੰ ਸਜ਼ਾ ਦੇਣੀ ਚਾਹੀਦੀ ਸੀ। ਉਸ ਤੋਂ ਬਾਅਦ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਲੋਕ ਨਹੀਂ ਫੜੇ ਗਏ, ਧਰਨੇ ਲੱਗੇ, ਮੁਜ਼ਾਹਰੇ ਹੋਏ, ਤੇ ਜੇ ਉਹਦੇ ਵਿੱਚ ਗੋਲੀ ਚੱਲੀ, ਕਿਹਨੇ ਚਲਾਈ, ਕਿੱਦਾਂ ਚਲਾਈ, ਕਿਸ ਤਰ੍ਹਾਂ ਚੱਲੀ, ਕਿਸ ਤਰ੍ਹਾਂ ਹੋਇਆ, ਇਹਦੇ ਬਾਰੇ ਤਾਂ ਮੈਂ ਬਹੁਤਾ ਨਹੀਂ ਕਹਿ ਸਕਦੀ, ਕਿਉਂਕਿ ਉੱਥੇ ਬਹੁਤ ਵੱਡੀ ਸੰਗਤ ਇਕੱਠੀ ਹੋਈ ਸੀ, ਬਹੁਤ ਵੱਡੀ ਪੁਲਿਸ ਸੀ, ਕਿਹਦੇ ਵੱਲੋਂ ਵਾਧਾ ਹੋਇਆ, ਕਿਹਦੇ ਵੱਲੋਂ ਨਹੀਂ ਹੋਇਆ, ਉਹ ਸਾਰੀ ਸੰਸਾਰ ਦੇ ਲੋਕ ਜਾਣਦੇ ਆ। ਪਰ ਜਦੋਂ 2 ਸ਼ਹੀਦ ਹੋਏ ਹੈ, ਉਹ ਲੋਕਾਂ ਦੇ ਮਨਾਂ ਉੱਤੇ ਫੱਟ ਲੱਗ ਗਏ, ਜ਼ਖਮ ਲੱਗ ਗਏ। ਲੋਕਾਂ ਦੇ ਮਨਾਂ ਨੂੰ ਬਹੁਤ ਵੱਡਾ ਠੇਸ ਪਹੁੰਚਿਆ, ਦੁੱਖ ਹੋਇਆ ਕਿ ਕਿਉਂ। ਭਾਵੇਂ ਕਾਂਗਰਸ ਦੀਆਂ ਸਰਕਾਰਾਂ ਨੇ ਸਾਡਾ ਜੈਨੋਸਾਈਡ ਵੀ ਕੀਤਾ, ਕਾਂਗਰਸ ਦੀਆਂ ਸਰਕਾਰਾਂ ਨੇ 84 ਦੇ ਕਤਲ ਕੀਤੇ, ਇਨੋਸੈਂਟ ਲੋਕਾਂ ਦਾ ਬਹੁਤ ਬੜਾ ਨੁਕਸਾਨ ਹੋਇਆ। ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਉੱਥੇ ਬੜੇ ਸ਼ਹੀਦੀਆਂ ਵੀ ਹੋਈਆਂ, ਉੱਥੇ ਅਕਾਲ ਤਖ਼ਤ ਸਾਹਿਬ ਵੀ ਟੱਠਾ, ਗੁਰੂ ਗ੍ਰੰਥ ਸਾਹਿਬ ਦੀ ਦੇਹ ਵਿੱਚ ਗੋਲੀਆਂ ਲੱਗੀਆਂ। ਲੋਕਾਂ ਨੂੰ ਰੋਸ ਹੈ, ਗੁੱਸਾ ਹੈ, ਪਰ ਲੋਕਾਂ ਨੇ ਉਸ ਗੁੱਸੇ ਨਾਲੋਂ ਇਹਨੂੰ ਜ਼ਿਆਦਾ ਸਮਝਿਆ, ਕਿਉਂਕਿ ਉਹ ਆਸ ਹੀ ਨਹੀਂ ਕਰਦੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਾਂ ਪੰਥ ਦੀ ਸਰਕਾਰ ਕੋਈ ਐਸਾ ਕੰਮ ਕਰੇ ਜਿਹਦੇ ਨਾਲ ਉਹਨਾਂ ਨੂੰ ਦੁੱਖ ਹੋਵੇ। ਬਿਲਕੁਲ। ਸੋਸ਼ਲ ਮੀਡੀਆ ਦੀ ਵੀ ਜੇ ਗੱਲ ਕਰੀਏ ਬੀਬੀ, ਤਾਂ ਸੋਸ਼ਲ ਮੀਡੀਆ 'ਤੇ ਵੀ ਸ਼੍ਰੋਮਣੀ ਅਕਾਲੀ ਦਲ ਇੱਕ ਅਜਿਹੀ ਪਾਰਟੀ ਹੈ ਜਿਹਦਾ ਖੁੱਲ੍ਹ ਕੇ ਵਿਰੋਧ ਹੁੰਦਾ। ਲੋਕ ਜਿਹੜੇ ਨੇ ਬਹੁਤ ਗਲਤ ਲਿਖਦੇ ਨੇ, ਬਹੁਤ ਵਿਰੋਧ ਕਰਦੇ ਨੇ, ਤਾਂ ਜ਼ਾਹਿਰ ਜੀ ਗੱਲ ਹੈ ਤੁਸੀਂ ਵੀ ਨਾਲ ਸੀ, ਤਾਂ ਤੁਹਾਡੇ ਬਾਰੇ ਵੀ ਕਾਫੀ ਟਿੱਪਣੀਆਂ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਉਸ ਵੇਲੇ ਕੀਤੀਆਂ। ਅੱਜ ਤੁਸੀਂ ਬਾਦਲਾਂ ਤੋਂ ਕਿਨਾਰਾ ਕਰ ਲਿਆ, ਲੱਗਦਾ ਵੀ ਇਹਦਾ ਕੋਈ ਫਾਇਦਾ ਹੋਏਗਾ, ਲੋਕ ਤੁਹਾਡੇ ਪ੍ਰਤੀ ਪੋਜ਼ਿਟਿਵ ਹੋਣ? ਦੇਖੋ, ਮੈਂ ਇੱਕ ਸੋਚਦੀ ਹਾਂ, ਜਿਸ ਦਿਨ ਦੀ ਮੈਂ ਬਾਹਰ ਮਤਲਬ ਉਹਨਾਂ ਤੋਂ ਪਾਸੇ ਹੋਈ ਹਾਂ, ਕਿਉਂਕਿ ਉਹਨਾਂ ਨੂੰ ਪਤਾ ਲੋਕਾਂ ਨੂੰ ਵੀ ਕਿ ਮੈਂ ਸ਼੍ਰੋਮਣੀ ਅਕਾਲੀ ਦਲ 'ਤੇ ਛੱਡ ਨਹੀਂ ਸਕਦੀ। ਉਹ ਮੇਰੀ ਮਾਂ ਪਾਰਟੀ ਕਹਿ ਲਓ, ਉਹ ਸਾਡੇ ਬਜ਼ੁਰਗਾਂ ਨੇ ਬਹੁਤ ਮਿਹਨਤਾਂ ਨਾਲ ਬਣਾਈ ਹੈ, ਔਰ ਸਾਡਾ ਖਾਸ ਕਰਕੇ ਮੇਰੇ ਆਪਣੇ ਪਰਿਵਾਰ ਦਾ, ਮੇਰੇ ਮਹਾਂਪੁਰਖਾਂ ਦਾ 1920 ਤੋਂ ਲੈ ਕੇ ਚੱਲ ਕੇ ਸਾਡਾ ਨਾਤਾ, ਭਾਵੇਂ ਸ਼੍ਰੋਮਣੀ ਕਮੇਟੀ ਕਹਿ ਲਓ, ਸ਼੍ਰੋਮਣੀ ਅਕਾਲੀ ਦਲ ਕਹਿ ਲਓ, ਜਿਹੜਾ ਮੇਰੇ ਪ੍ਰਤੀ ਲੋਕ ਬੋਲਦੇ ਸੀ, ਉਹ ਇਸੇ ਲਈ ਬੋਲਦੇ ਸੀ ਕਿ ਉਹ ਬਾਦਲਾਂ ਦੇ ਖਿਲਾਫ ਸੀ। ਮੇਰੇ ਨਾਲ ਤਾਂ ਨਿੱਜੀ ਹੈ ਨਹੀਂ ਸੀ ਕਿਸੇ ਦਾ, ਕੋਈ ਵੀ ਗੱਲ ਹੁੰਦੀ ਸੀ ਤੇ ਉਹਨਾਂ ਨੇ ਕੋਈ ਕਹਿਣਾ ਕਿ ਬਾਦਲਾਂ ਦੀਆਂ ਕਠਪੁਤਲੀਆਂ ਨੇ, ਬਾਦਲਾਂ ਦੇ ਇੱਦਾਂ, ਤੇ ਉਹਨਾਂ ਨੂੰ ਕਹਿਣ ਦੀ ਬਜਾਏ ਫਿਰ ਸਾਨੂੰ ਵੀ ਗਾਲਾਂ ਕੱਢਦੇ ਸੀ ਲੋਕ, ਕਿਉਂਕਿ ਉਹ ਚਾਹੁੰਦੇ ਨਹੀਂ ਸੀ ਕਿ ਅਸੀਂ ਉਹ ਗੱਲ ਕਰੀਏ ਜਿਹੜੀ ਗੱਲ ਸੰਗਤ ਨੂੰ ਨਹੀਂ ਚੰਗੀ ਲੱਗਦੀ ਤੇ ਅਸੀਂ ਉਹਨਾਂ ਦੀ ਪ੍ਰੋੜਤਾ ਕਰਦੇ। ਸੋ ਮੈਂ ਸਮਝਦੀ ਹਾਂ ਕਿ ਜੇ 2 ਵਾਰੀ ਚੋਣਾਂ ਵਿੱਚ ਵੀ ਮੇਰਾ ਨੁਕਸਾਨ ਹੋਇਆ ਤੇ ਬਾਹਰੋਂ ਵਿਦੇਸ਼ਾਂ ਵਿੱਚੋਂ ਵੀ ਮੇਰੇ ਨੌਜਵਾਨ ਵੀਰਾਂ ਨੇ, ਭੈਣਾਂ ਭਰਾਵਾਂ ਨੇ, ਪਰਿਵਾਰਾਂ ਨੇ, ਬੱਚਿਆਂ ਨੇ ਇੱਥੇ ਆਪਣੇ ਪਰਿਵਾਰਾਂ ਨੂੰ ਕਹਿ ਕਹਿ ਕੇ ਲੋਕ ਨਹੀਂ ਸੀ ਚਾਹੁੰਦੇ ਮੇਰੇ ਖਿਲਾਫ ਵੋਟ ਪਾਣੀ, ਪਰ ਇੱਕੋ ਗੱਲ ਕਹਿੰਦੇ ਸੀ ਕਿ ਨਹੀਂ, ਬੀਬੀ ਜੀ ਨੂੰ ਇਸ ਲਈ ਨਹੀਂ ਪਾਣੀ, ਭਾਵੇਂ ਇਹਨਾਂ ਦੇ ਸਾਡੇ ਕੰਮ ਵੀ ਕੀਤੇ ਆ, ਸਭ ਕੁਝ ਕੀਤਾ, ਇਸ ਲਈ ਨਹੀਂ ਪਾਣੀ ਕਿ ਇਹਨਾਂ ਨੇ ਆਪਣੀ ਵੋਟ ਬਾਦਲਾਂ ਨੂੰ ਪਾਣੀ। ਉਸ ਵੇਲੇ ਲੋਕ ਮਜਬੂਰ ਹੋ ਜਾਂਦੇ ਸੀ।
ਉਹ ਕਹਿੰਦੇ ਸੀ ਵੀ ਜੀ ਕਰਦਾ ਬੀਬੀ ਜੀ ਅਸੀਂ ਵੋਟ ਤੁਹਾਨੂੰ ਪਾਈਏ, ਪਰ ਜਦੋਂ ਸਾਡੇ ਬੱਚੇ ਸਾਡਾ ਮਤਲਬ ਇੱਦਾਂ ਦੀ ਪਰਸੈਪਸ਼ਨ ਹੀ ਬਣ ਗਈ ਸੀ ਸੰਗਤਾਂ ਦੇ ਵਿੱਚ, ਲੋਕਾਂ ਦੇ ਵਿੱਚ ਪਰਸੈਪਸ਼ਨ ਹੀ ਇੱਦਾਂ ਦੀ ਬਣ ਗਈ ਕਿ ਉਹਨਾਂ ਦੇ ਮਨ ਨੂੰ, ਮੈਂ ਇਹੀ ਗੱਲ ਮੈਂ ਉਹਨਾਂ ਨੂੰ ਕਹਿ ਬੈਠੀ ਹਾਂ ਬਾਦਲ ਸਾਹਿਬ ਨੂੰ ਕਿ ਬਾਦਲ ਸਾਹਿਬ ਥੋੜ੍ਹਾ ਜਿਹਾ ਤੁਸੀਂ ਜੇ ਕਿਤੇ ਥੋੜ੍ਹਾ ਆਪਣੇ ਨੈਤਿਕਤਾ ਦੇ ਆਧਾਰ ਦੇ ਉੱਤੇ ਜੇ ਅਸਤੀਫਾ ਦੇ ਕੇ ਥੋੜ੍ਹੀ ਸੇਵਾ ਰੁਕ ਜਾਓ, ਸੰਗਤਾਂ ਦੇ ਮਨ ਨੂੰ ਕੋਈ ਥੋੜ੍ਹਾ ਬਹੁਤਾ ਜਿਹੜਾ ਦੁੱਖ ਹੈ ਉਹ ਘਟ ਜਾਏਗਾ, ਅਤੇ ਪਾਰਟੀ ਵਿੱਚ ਕੋਈ ਥੋੜ੍ਹਾ ਬਹੁਤਾ ਸੁਧਾਰ ਕਰ ਲਈਏ, ਪਰਸੈਪਸ਼ਨ ਜਿਹੜੀ ਬਣੀ ਹੈ ਉਹਨੂੰ ਖ਼ਤਮ ਕਰ ਲਈਏ। ਲੋਕ ਤੁਹਾਡੇ ਪਤਾ ਨਹੀਂ ਤੁਸੀਂ ਭਾਵੇਂ ਚੰਗੇ ਵੀ ਕੰਮ ਕਰਦੇ ਹੋ ਉਹਨੂੰ ਵੀ ਨੈਗੇਟਿਵ ਲੈ ਜਾਂਦੇ ਹੈ, ਕਿਉਂਕਿ ਉਹਨਾਂ ਦੇ ਮਨ ਵਿੱਚ ਤੁਹਾਡੇ ਨਾਮ ਦੇ ਨਾਲ ਹੀ ਜਿੱਦਾਂ ਨਫ਼ਰਤ ਹੋਣ ਲੱਗ ਪੈਂਦੀ। ਇੱਕ ਤਾਂ ਹੁੰਦਾ ਨਾ ਵਿਰੋਧਤਾ, ਉਹ ਨਫ਼ਰਤ ਹੀ ਪੈਦਾ ਕਰ ਦਿੱਤੀ ਲੋਕਾਂ ਨੇ, ਬੋਲ ਬੋਲ ਕੇ ਸੋਸ਼ਲ ਮੀਡੀਆ 'ਤੇ ਨਫ਼ਰਤ ਹੀ ਪੈਦਾ ਕਰ ਦਿੱਤੀ। ਹੁਣ ਜਿੱਥੇ ਨਫ਼ਰਤ ਆ ਜਾਏ ਨਾ ਜੀ, ਉੱਥੇ ਛੇਤੀ ਕਿਤੇ ਲੋਕਾਂ ਦੀ ਉੱਥੇ ਜਿਹੜਾ ਮਨ ਨਹੀਂ ਜੁੜਦਾ। ਸੋ ਅਸੀਂ ਚਾਹੁੰਦੇ ਸੀਗੇ ਕਿ ਕਿਸੇ ਤਰੀਕੇ ਨਾਲ ਪਾਰਟੀ ਵਿੱਚ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਦਖਲਅੰਦਾਜ਼ੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਜਦੋਂ ਕਿਤੇ ਲੋਕਾਂ 'ਚ ਜਾਂਦੇ ਸੀ ਤੇ ਲੋਕ ਮਹਿਸੂਸ ਕਰਦੇ ਸੀਗੇ ਕਿ ਖਰੇ ਸ਼ਾਇਦ, ਹਾਲਾਂਕਿ ਕਬਜ਼ਾ ਨਹੀਂ ਹੁੰਦਾ, ਮੈਂਬਰ ਚੁਣ ਕੇ ਜਾਂਦੇ ਆ, ਲੇਕਿਨ ਜਦੋਂ ਬਿਨਾਂ ਵਜ੍ਹਾ ਤੋਂ ਇਹਨਾਂ ਨੇ ਸ਼ੋਅ ਆਫ ਕਰਨਾ ਸ਼ੁਰੂ ਕਰ ਦਿੱਤਾ ਉੱਥੇ ਜਾ ਕੇ ਵੀ ਸਾਰਾ ਸ਼ਾਇਦ ਇਕੱਲਾ ਅਕਾਲੀ ਦਲ ਹੀ ਸ਼੍ਰੋਮਣੀ ਕਮੇਟੀ ਉੱਤੇ ਕਬਜ਼ਾ ਹੋਏਗਾ, ਬਾਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਹੈ। ਇਹ ਗੱਲਾਂ ਜਦੋਂ ਅਸੀਂ ਕਹਿੰਦੇ ਸੀ ਉਹ ਮਹਿਸੂਸ ਕਰਦੇ ਸੀ ਵੀ ਸਾਨੂੰ ਕਹਿੰਦੇ ਕਿਉਂ ਹੈ, ਪਰ ਦੁੱਖ ਦੀ ਗੱਲ ਹੈਗੀ ਹੈ ਕਿ ਇਹ ਸਾਰੀ ਪਰਸੈਪਸ਼ਨ ਨੈਗੇਟਿਵ ਹੋ ਗਈ, ਜਿਹਦੇ ਨਾਲ ਨੁਕਸਾਨ ਵੱਡਾ ਹੋ ਗਿਆ। ਹੁਣ ਤੁਸੀਂ ਗੱਲ ਕਰ ਰਹੇ ਹੋ, ਮੈਂ ਇੱਕ ਸਵਾਲ ਕਰਨਾ ਚਾਹੂੰਗੀ। ਸਵਾਲ ਮੇਰੇ ਲਈ ਵੀ ਪੁੱਛਣਾ ਕਾਫੀ ਔਖਾ ਹੈ, ਤਾਂ ਮੈਨੂੰ ਲੱਗਦਾ ਕਿ ਤੁਸੀਂ ਜਵਾਬ ਵੀ ਉਸ ਹਿਸਾਬ ਨਾਲ ਹੀ ਜਿਹੜਾ ਦਓਗੇ। ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਸੀ, ਬਾਦਲਾਂ ਦੇ ਨਾਲ ਜੁੜ ਕੇ ਸਭ ਤੋਂ ਜ਼ਿਆਦਾ ਨੁਕਸਾਨ ਜਿਹੜਾ ਤੁਸੀਂ ਝੱਲਿਆ, ਜਾਂ ਫਿਰ ਅੱਜ ਉਹਨਾਂ ਤੋਂ ਕਿਨਾਰੇ ਹੋ ਕੇ ਤੁਸੀਂ ਨੁਕਸਾਨ ਝੱਲ ਰਹੇ ਹੋ? ਦੇਖੋ, ਮੈਂ ਉਹਨਾਂ ਦੇ ਨਾਲ ਜਦੋਂ ਰਹੀ ਹੈ, ਨੁਕਸਾਨ ਤੇ ਮੈਂ ਨਹੀਂ ਕਹਿੰਦੀ ਕਿ ਮੈਂ ਝੱਲਿਆ। ਜੇ ਮੈਂ ਸੇਵਾ ਕੀਤੀ ਹੈ, ਜੇ ਮੈਂ ਕੰਮ ਕੀਤਾ, ਲੋਕਾਂ ਨੇ ਉਹਨੂੰ ਪਛਾਣ ਵੀ ਦਿੱਤੀ ਹੈ, ਲੋਕਾਂ ਨੇ ਮਾਣ ਸਨਮਾਨ ਵੀ ਦਿੱਤੇ ਹੈ, ਪਾਰਟੀ ਨੇ ਵੀ ਦਿੱਤਾ। ਮੈਂ ਕੋਈ ਮੈਨੂੰ ਗਿਲਾ ਨਹੀਂ ਕਿਸੇ ਵਰਕਰ 'ਤੇ, ਕਿਸੇ ਲੀਡਰ 'ਤੇ, ਮੇਰੇ ਮਾਣ ਸਨਮਾਨ ਵਿੱਚ ਉਹਨਾਂ ਨੇ ਕੋਈ ਕਮੀ ਨਹੀਂ ਛੱਡੀ। ਪਰ ਜੇ ਉਹਨੂੰ ਮੈਨੂੰ ਕੋਈ ਡਿਊਟੀ ਲਾਉਂਦੇ ਸੀ, ਸਨਮਾਨ ਦਿੰਦੇ ਸੀ, ਮਾਣ ਦਿੰਦੇ ਸੀ, ਜਾਂ ਮੇਰੀ ਕੋਈ ਕਿਸੇ ਪਾਸੇ ਪਾਰਟੀ ਵੱਲੋਂ ਮੈਨੂੰ ਸੇਵਾ ਲਾਈ ਜਾਂਦੀ ਸੀ, ਤੇ ਮੈਂ 10 ਗੁਣਾ ਕਰਕੇ ਦੱਸਦੀ ਸੀ। ਇਹ ਗੱਲ ਮੈਨੂੰ ਕਹਿ ਕੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜੇ ਪਾਰਟੀ ਵੱਲੋਂ ਸ਼ਤਾਬਦੀਆਂ ਮਨਾਈਆਂ ਜਾਂਦੀਆਂ ਸੀ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਤੇ ਪਾਰਟੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀਆਂ ਸ਼ਤਾਬਦੀਆਂ, ਮੈਂ ਇਹ ਗੱਲ ਕਹਿ ਸਕਦੀ ਹਾਂ ਮਾਣ ਦੇ ਨਾਲ ਕਿ ਸਾਰੀਆਂ ਸ਼ਤਾਬਦੀਆਂ ਵਿੱਚ ਜ਼ਿੰਮੇਵਾਰੀ ਦਾਸ ਨੂੰ ਮਿਲੀ, ਔਰ ਸਾਰੀਆਂ ਸ਼ਤਾਬਦੀਆਂ 'ਚ ਮੈਂ ਪ੍ਰਧਾਨ ਹੋਵਾਂ ਜਾਂ ਨਾ ਹੋਵਾਂ, ਮੈਂ ਬਤੌਰ ਪ੍ਰਧਾਨ ਹੀ ਕੰਮ ਕਰਕੇ, ਮਤਲਬ ਮੈਂ ਹੋਵਾਂ ਜਾਂ ਨਾ ਹੋਵਾਂ, ਕਹਿਣ ਤੋਂ ਭਾਵ ਜੇ ਲੌਂਗੋਵਾਲ ਸਾਹਿਬ ਪ੍ਰਧਾਨ ਸੀ 550 ਸਾਲਾਂ 'ਚ, ਲੇਕਿਨ 550 ਸਾਲਾਂ 'ਚ ਗੁਰੂ ਨਾਨਕ ਸਾਹਿਬ ਦੀ ਸ਼ਤਾਬਦੀ ਸੀ ਪ੍ਰਕਾਸ਼ ਉਤਸਵ ਦੀ, ਉਹਦੇ ਵਿੱਚ ਤਨਦੇਹੀ ਨਾਲ ਕੰਮ ਕੀਤਾ, ਮਨੋਂ ਧਨੋਂ ਕੰਮ ਕੀਤਾ, ਔਰ ਉੱਥੇ ਸੇਵਾ ਨਿਭਾਈ, ਅਤੇ ਸੰਗਤਾਂ ਨੇ ਇੰਨਾ ਪਿਆਰ ਦਿੱਤਾ, ਅਥਾਹ ਸ਼ਰਧਾ ਦਿਖਾਈ। ਜੇ ਕਿਤੇ ਵੀ 400 ਸਾਲਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਤਸਵ ਸੀਗਾ, ਉਸ ਵੇਲੇ ਮੈਂ ਸਟੇਟ ਸੈਕਟਰੀ ਦੀ ਡਿਊਟੀ ਦਿੱਤੀ, ਉਸ ਵੇਲੇ ਨਿਭਾਈ, ਅਤੇ ਦੁਨੀਆ ਭਰ ਦੇ ਲੋਕਾਂ ਨੇ ਪ੍ਰਸ਼ੰਸਾ ਕੀਤੀ। 300 ਸਾਲਾ ਖਾਲਸੇ ਦਾ ਸਿਰਜਣਾ ਦਿਵਸ ਮਨਾਇਆ ਸੀ, ਉਸ ਸ਼ਤਾਬਦੀ 'ਚ ਮੇਰੀ ਡਿਊਟੀ ਪਹਿਲੀ ਵਾਰੀ ਮੈਨੂੰ ਪ੍ਰਧਾਨ ਬਣਾਇਆ ਗਿਆ ਸੀ, ਉੱਥੇ ਕੀਤਾ, ਅਤੇ ਦੁਨੀਆ ਭਰ ਦੇ ਲੋਕਾਂ ਨੇ ਉਸ ਸੇਵਾ ਦੀ ਪ੍ਰਸ਼ੰਸਾ ਕੀਤੀ। ਕਿਤੇ ਫਤਿਹਗੜ੍ਹ ਸਾਹਿਬ ਸਰਹੰਦ ਦੀ ਧਰਤੀ ਦੇ ਉੱਤੇ, ਮੁਕਤਸਰ ਸਾਹਿਬ ਦੀ ਧਰਤੀ ਦੇ ਉੱਤੇ, ਤਰਨਤਾਰਨ ਦੀ ਧਰਤੀ ਦੇ ਉੱਤੇ, ਜਾਂ ਚਮਕੌਰ ਸਾਹਿਬ ਦੀ ਧਰਤੀ, ਜਿੰਨੀਆਂ ਸ਼ਤਾਬਦੀਆਂ ਮਨਾਈਆਂ ਗਈਆਂ, ਇਹ ਤੁਹਾਡੀ ਸੇਵਾਦਾਰ ਨੇ, ਕੌਮ ਦੀ ਸੇਵਾਦਾਰ ਨੇ ਬਾਖੂਬੀ ਨਿਭਾ ਕੇ ਆਪਣੀ ਜ਼ਿੰਮੇਵਾਰੀ ਪਾਰਟੀ ਨੂੰ ਸੋਭਾ ਦਵਾਈ। ਜਦੋਂ ਪਾਰਟੀ ਨੂੰ ਕੋਈ ਚੁਣੌਤੀ ਹੁੰਦੀ ਸੀ, ਜਾਂ ਕਿਤੇ ਵੀ ਕੋਈ ਹਰਿਆਣੇ ਵਿੱਚ ਚੋਣਾਂ ਆਉਂਦੀਆਂ ਸੀ, ਦਿੱਲੀ 'ਚ ਚੋਣਾਂ ਆਉਂਦੀਆਂ ਸੀ, ਮੇਰਾ ਖਿਆਲ ਹੈ ਕਿ ਸਭ ਤੋਂ ਵੱਡੀ ਜੇ ਜ਼ਿੰਮੇਵਾਰੀ ਦਿੱਤੀ ਜਾਂਦੀ ਸੀ ਤੇ ਉਹ ਦਾਸ ਨੂੰ ਦਿੱਤੀ ਜਾਂਦੀ ਸੀ। ਜੇ ਇਸਤਰੀ ਅਕਾਲੀ ਦਲ ਨਹੀਂ ਸੀ ਚੱਲ ਰਿਹਾ, ਤਕੜਾ ਨਹੀਂ ਸੀ ਹੋ ਰਿਹਾ, ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਮੈਨੂੰ ਇਹ ਦੇਖਿਆ ਕਿ ਸਾਨੂੰ ਲੋੜ ਹੈ ਕਿ 50% ਔਰਤਾਂ ਨੂੰ ਔਰਗੇਨਾਈਜ਼ ਕਰੋ, ਅਤੇ ਉਹਦੇ ਵਾਸਤੇ ਵੀ ਮੈਂ ਦਿਨ ਰਾਤ ਇੱਕ ਕਰ ਦਿੱਤਾ, ਔਰ ਲੋਕ ਮੰਨ ਗਏ ਸੀਗੇ ਵੀ ਕੋਈ ਪਾਰਟੀ ਕੋਲ ਔਰਤਾਂ ਦੀ ਕੋਈ ਜਥੇਬੰਦੀ ਨਹੀਂ, ਲੇਕਿਨ ਬੀਬੀ ਜਗੀਰ ਕੌਰ ਨੇ ਬਰਾਬਰ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦੀ ਬਣਾ ਦਿੱਤੀ ਹੈ। ਇਹ ਵੀ ਮੈਂ ਸਮਝਦੀ ਕਿ ਮੈਨੂੰ ਆਪਣੇ ਆਪ 'ਤੇ ਇਸ ਗੱਲ ਦੇ ਉੱਤੇ ਮੈਨੂੰ ਫਖਰ ਹੈ ਕਿ ਜੋ ਮੈਨੂੰ ਡਿਊਟੀ ਦਿੱਤੀ ਹੈ ਮੈਂ ਤਨਦੇਹੀ ਨਾਲ ਨਿਭਾਈ। ਹੁਣ ਮੇਰੀ ਜੇ ਤਨਦੇਹੀ ਨਾਲ ਮੈਂ ਡਿਊਟੀਆਂ ਨਿਭਾਈਆਂ, ਜੇ ਮੈਂ ਲੋਕਾਂ 'ਚ ਪ੍ਰਚਾਰ ਕੀਤਾ, ਲੋਕਾਂ 'ਚ ਗਈ, ਪਿਆਰ ਬਣਿਆ, ਪਾਪੂਲੈਰਿਟੀ ਬਣੀ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜੇ ਸ਼੍ਰੋਮਣੀ ਕਮੇਟੀ 'ਚ ਕੰਮ ਕੀਤਾ ਉੱਥੇ ਪਾਪੂਲੈਰਿਟੀ ਬਣੀ, ਜੇ ਧਰਮ ਦਾ ਪ੍ਰਚਾਰ ਕੀਤਾ ਉਹਦੇ 'ਚ ਮੇਰਾ ਪਿਆਰ ਸਤਿਕਾਰ ਬਣਿਆ, ਜੇ ਪਾਰਟੀ ਲਈ ਕੰਮ ਕੀਤਾ ਵਰਕਰਾਂ ਨੇ ਮੈਨੂੰ ਮਾਣ ਸਨਮਾਨ ਦਿੱਤਾ, ਅਤੇ ਸ਼ਾਇਦ ਮੇਰਾ ਪਿਆਰ, ਮੇਰੀ ਪਾਪੂਲੈਰਿਟੀ ਹੀ ਮੇਰੀ ਪਾਰਟੀ ਵਿੱਚ ਕੋਈ ਕਮਜ਼ੋਰੀ ਬਣ ਗਈ।
ਜਿਹਦੇ ਕਰਕੇ ਮੈਨੂੰ ਟੋਲਰੇਟ ਨਹੀਂ ਕੀਤਾ ਗਿਆ। ਮੇਰੀ ਕੋਈ ਲੜਾਈ ਨਹੀਂ, ਨਾ ਮੈਂ ਲੜਾਈ ਕਰਕੇ ਆਈ ਹਾਂ, ਨਾ ਮੈਂ ਕੋਈ ਵੱਡੀ ਮੰਗ ਰੱਖ ਕੇ ਆਈ ਹਾਂ। ਮੈਂ ਜ਼ਿੰਦਗੀ 'ਚ ਕਦੇ ਮੰਗ ਰੱਖੀ ਨਹੀਂ ਉਹਨਾਂ ਕੋਲ। ਜੋ ਕੁਝ ਵੀ ਮੈਨੂੰ ਦਿੱਤਾ ਉਹਨਾਂ ਨੇ ਮੈਨੂੰ ਹੁਕਮ ਲਾ ਕੇ ਦਿੱਤਾ। ਜੇ ਉਹਨਾਂ ਨੇ ਕਿਹਾ ਕਿ ਪਾਰਲੀਮੈਂਟ ਦੀ ਚੋਣ ਲੜੋ, ਨਹੀਂ ਸੀ ਚਾਹੁੰਦੀ, ਫਿਰ ਵੀ ਮੈਂ ਲੜੀ। ਭਾਵੇਂ ਹਾਰ ਗਈ, ਮੈਂ ਫਿਰ ਕੋਈ ਗਿਲਾ ਨਹੀਂ ਕੀਤਾ ਉਹਨਾਂ ਨੂੰ। ਹਰਾਇਆ ਕਿਹਨੇ? ਉਹਨਾਂ ਨੇ ਮੈਨੂੰ ਹਰਾਇਆ, ਆਪ ਹੀ, ਪਾਰਟੀ ਦੇ ਲੀਡਰਾਂ ਨੇ। ਪਤਾ ਨਹੀਂ ਕਾਰਨ ਕੀ ਸੀਗਾ। ਮੈਂ ਭਾਵੇਂ ਬਣਨਾ ਨਹੀਂ ਸੀ ਚਾਹੁੰਦੀ, ਜੇ ਬਣ ਜਾਂਦੀ ਉਹਨਾਂ ਦੀ ਇੱਜ਼ਤ ਬਣਨੀ ਸੀ, ਉਹਨਾਂ ਦਾ ਸਤਿਕਾਰ ਬਣਨਾ ਸੀ। ਸੋ ਮੇਰੀਆਂ ਲੱਤਾਂ ਖਿੱਚੀਆਂ ਵੀ ਗਈਆਂ, ਮੈਨੂੰ ਰੁਕਾਵਟਾਂ ਵੀ ਆਈਆਂ, ਪਰ ਮੈਂ ਕੋਈ ਨੁਕਸਾਨ ਨਹੀਂ ਪਾਇਆ। ਮੈਂ ਇਹ ਨਹੀਂ ਕਹਿੰਦੀ ਮੈਂ ਨੁਕਸਾਨ ਪਾਇਆ। ਠੀਕ ਹੈ, ਨੁਕਸਾਨ ਹੋਇਆ ਮੈਨੂੰ ਜ਼ਿੰਦਗੀ 'ਚ ਇੱਕ, ਕਿ ਜਦੋਂ ਮੈਨੂੰ ਟੌਹੜਾ ਸਾਹਿਬ ਨੂੰ ਲਾ ਕੇ ਪ੍ਰਧਾਨ ਬਣਾਇਆ ਗਿਆ, ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਛੱਡ ਕੇ ਆਈ, ਸੁਖਜਿੰਦਰ ਸਿੰਘ ਦੇ ਖਿਲਾਫ ਲੜਾਇਆ, ਜਾਂ ਹੋਰ ਲੀਡਰ ਜਿਹੜੇ ਸੁਖਜਿੰਦਰ ਸਿੰਘ ਨਾਲ ਜੁੜੇ ਸੀ, ਜਿਹੜੇ ਟੌਹੜਾ ਸਾਹਿਬ ਨਾਲ ਜੁੜੇ ਸੀ, ਮਾਨ ਸਾਹਿਬ ਨਾਲ ਲੜੇ ਸੀ, ਜੁੜੇ ਸੀ, ਉਹ ਸਾਰੇ ਮੇਰੇ ਐਂਟੀ ਸੀ। ਬਿਲਕੁਲ ਫੁੱਟ ਪੈ ਗਏ। ਐਂਟੀ ਮਤਲਬ ਕਿ ਉੱਦਾਂ ਨਹੀਂ ਸੀ ਸ਼ੋਅ ਕਰਦੇ। ਪਰ ਜਦੋਂ ਮੇਰੇ ਉੱਤੇ, ਮੇਰੇ ਘਰ ਦੇ ਵਿੱਚ ਇੱਕ ਮੁਸੀਬਤ ਆ ਗਈ, ਮੇਰੀ ਬੇਟੀ ਦੀ ਡੈਥ ਹੋਈ, ਉਹ ਸਾਰਿਆਂ ਨੂੰ ਉਹਨਾਂ ਨੇ ਪੋਲੀਟੀਕਲੀ ਇੰਨਾ ਉਛਾਲ ਕੇ ਮੈਨੂੰ ਨੁਕਸਾਨ ਕੀਤਾ ਕਿ 18 ਸਾਲ ਮੈਂ ਜੇਲ੍ਹਾਂ ਤੱਕ ਵੀ ਚਲੀ ਗਿਆ। ਹਾਲਾਂਕਿ ਮੇਰੇ ਘਰ 'ਚ ਨਾ 0% ਵੀ ਉਸ ਗੱਲ ਨਾਲ ਨਾਤਾ ਨਹੀਂ ਸੀ, ਨਾ ਕੋਈ ਗੱਲ ਸੀ। ਸਿਰਫ ਇੱਕ ਪੋਲੀਟੀਕਲੀ ਉਛਾਲ ਕੇ ਉਹਨੂੰ ਇੱਕ ਬਿਲਕੁਲ ਵਿਉਂਤਬੰਦੀ ਦੇ ਨਾਲ ਸਾਰਿਆਂ ਨੇ ਮੇਰੀ ਵਿਰੋਧਤਾ ਕੀਤੀ। ਔਰ ਪਾਰਟੀ ਦੇ ਵਿੱਚ ਬੈਠੇ ਲੀਡਰਾਂ ਨੇ ਵੀ, ਸਮਝੋ ਮੇਰੀ ਕੋਈ ਇਹ ਨਹੀਂ ਕਿ ਮੈਨੂੰ ਕੋਈ ਮੇਰੀ ਮਦਦ ਕੀਤੀ ਹੋਵੇ। ਸਰਕਾਰਾਂ ਵੀ ਆਪਣੀਆਂ ਸੀ, ਉੱਪਰ ਵੀ ਸੀ, ਕਿਸੇ ਕੋਲ ਮੈਂ ਟੈਲੀਫੋਨ ਤੱਕ ਨਹੀਂ ਕਰਾਇਆ। ਸੋ ਮੇਰੇ ਕਹਿਣ ਤੋਂ ਭਾਵ ਕਿ ਮੈਂ ਕਿਸੇ ਕੋਲ ਮਦਦ ਨਹੀਂ ਲਈ, ਮੈਂ ਚੱਲ ਲਿਆ, ਜੋਖਮ ਚੱਲ ਲਿਆ, ਕਰੋੜਾਂ ਰੁਪਏ ਦੀ ਕਰਜ਼ਾਈ ਵੀ ਹੋ ਗਈ, ਮੈਂ ਨੁਕਸਾਨ ਵੀ ਆਰਥਿਕ ਪੱਖ ਤੋਂ ਚੱਲਿਆ, ਮਾਨਸਿਕ ਤੌਰ 'ਤੇ ਚੱਲਿਆ। ਪਰ ਮੈਂ ਪਾਰਟੀ ਦੇ ਕੰਮ ਨੂੰ, ਧਰਮ ਦੇ ਕੰਮ ਨੂੰ, ਸ਼੍ਰੋਮਣੀ ਕਮੇਟੀ ਦੇ ਕੰਮ ਨੂੰ ਕਦੀ ਵੀ ਆਂਚ ਨਹੀਂ ਆਉਣ ਦਿੱਤੀ। ਮੈਂ ਦਿਨ ਰਾਤ ਫਿਰ ਵੀ ਪਹਿਰੇਦਾਰੀ ਕੀਤੀ। ਸੋ ਇਹ ਗੱਲਾਂ ਦਾ ਨੁਕਸਾਨ ਹੋਇਆ, ਮਾਨਸਿਕ ਤੌਰ 'ਤੇ ਪੀੜਾ ਚੱਲੀ, ਪਰ ਮੈਂ ਕਦੀ ਮਹਿਸੂਸ ਨਹੀਂ ਕੀਤਾ। ਮੈਂ ਕਹਿੰਦੀ ਸੀ ਨਹੀਂ, ਮੇਰੀ ਪਾਰਟੀ ਤਕੜੀ ਰਹੇ, ਮੇਰੀ ਸੰਸਥਾ ਤਕੜੀ ਰਹੇ। ਮੈਂ ਨੁਕਸਾਨ ਭਾਵੇਂ ਮੇਰਾ ਹੋ ਜੇ, ਲੇਕਿਨ ਮੇਰੀ ਸੰਸਥਾ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਦਿਨ ਰਾਤ ਫਿਰ ਵੀ ਮੈਂ ਕੰਮ ਕਰਦੀ ਰਹੀ। ਪਰ ਮੈਨੂੰ ਦੁੱਖ ਹੈ ਅੱਜ ਕਿ ਜਿਹੜਾ ਬੰਦਾ ਸੱਚੇ ਦਿਲ ਨਾਲ ਕੰਮ ਕਰੇ, ਜਿਹੜਾ ਬੰਦਾ ਸਮਰਪਿਤ ਹੋ ਕੇ ਕੰਮ ਕਰੇ, ਉਹ ਜੇ ਕੋਈ ਚੰਗੀ ਗੱਲ ਵੀ ਕਹਿੰਦਾ, ਉਹ ਨਾ ਮੰਨਣ ਦੀ ਬਜਾਏ, ਉਹਨੂੰ ਮੰਨਣ ਦੀ ਬਜਾਏ ਸਗੋਂ ਤੁਸੀਂ ਉਹਨੂੰ ਪਾਰਟੀ 'ਚੋਂ ਮੱਖਣ 'ਚੋਂ ਦਾ ਬਾਹਰ ਕੱਢੀਦਾ, ਉਹਨੂੰ ਬਾਹਰ ਕੱਢ ਕੇ ਰੱਖ ਦਿਓ, ਬਿਨਾਂ ਵਜ੍ਹਾ ਤੋਂ, ਬਿਨਾਂ ਦੋਸ਼ ਤੋਂ, ਬਿਨਾਂ ਕਿਸੇ ਬਿਆਨ ਤੋਂ, ਬਿਨਾਂ ਕਿਸੇ ਨੁਕਸਾਨ ਤੋਂ, ਬਿਨਾਂ ਕਿਸੇ ਸਟੇਟਮੈਂਟ ਤੋਂ, ਬਿਨਾਂ ਕਿਸੇ ਬਾਈਟ ਤੋਂ ਦੇਣ 'ਤੇ। ਸੋ ਇਹ ਗੱਲਾਂ ਦਾ ਮੈਨੂੰ ਅੰਦਰ ਅਜੇ ਤੱਕ ਮੈਨੂੰ ਆਪਣੇ ਆਪ ਨੂੰ ਕੁਐਸਚਨ ਕਰਦੀ ਹੈ, ਪ੍ਰਸ਼ਨ ਕਰਦੀ ਹੈ ਵੀ ਤੇਰਾ ਕਸੂਰ ਕੀ ਹੈ। ਮੈਨੂੰ ਆਪ ਨਹੀਂ ਪਤਾ ਲੱਗਦਾ ਮੇਰਾ ਕਸੂਰ ਕੀ ਹੈ। ਬਸ ਇਹੀ ਮਤਲਬ ਕਹਿ ਸਕਦੇ ਕਿ ਨੁਕਸਾਨ ਤੁਹਾਨੂੰ ਹੋ ਰਿਹਾ ਜ਼ਿਆਦਾਤਰ। ਬਾਕੀ ਲੋਕਾਂ ਨੇ, ਮੈਂ ਜੇ ਬਾਹਰ ਵੀ ਆਈ ਤਾਂ ਲੋਕਾਂ ਨੇ ਮੈਨੂੰ ਬਹੁਤ ਪਿਆਰ ਕੀਤਾ, ਬਹੁਤ ਸ਼ਾਬਾਸ਼ ਦੇ ਰਹੇ ਹੈ, ਬਹੁਤ ਸਤਿਕਾਰ ਦੇ ਰਹੇ ਹੈ। ਉਹ ਕਹਿੰਦੇ ਬੀਬੀ ਜੀ ਤੂੰ ਤੇ ਇਹ ਗੱਲ ਕਹਿ, ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦਾ ਜਾਬੋ ਛੁੱਟੀ। ਕਮ ਸੇ ਕਮ ਮੈਂ ਉਹਨਾਂ ਦੀ ਗਲਤ ਨਹੀਂ ਸੁਣਦੀ, ਕਮ ਸੇ ਕਮ ਮੈਂ ਉਹਨਾਂ ਨੇ ਕੀਤੀਆਂ ਗਲਤੀਆਂ ਦੀ ਹੁਣ ਲੋਕੀ ਮੈਨੂੰ ਤਾਂ ਨਹੀਂ ਸਜ਼ਾ ਦੇ ਰਹੇ। ਮੈਨੂੰ ਤਾਂ ਇਹ ਕਹਿੰਦੇ ਕਿ ਚੱਲ ਸ਼ੁਕਰ ਹੈ, ਦੇਰ ਆਏ ਦਰੁਸਤ ਆਏ। ਬੀਬੀ ਸਮਾਂ ਇਹੋ ਜਿਹਾ ਵੀ ਸੀ ਕਿ ਜਦੋਂ ਅਕਾਲੀ ਦਲ ਤੇ ਜਾਂ ਬਾਦਲਾਂ ਦੇ ਉੱਤੇ ਕੋਈ ਸਵਾਲ ਚੁੱਕਦਾ ਸੀਗਾ ਤਾਂ ਤੁਹਾਡੇ ਵੱਲੋਂ ਜਿਹੜਾ ਜਵਾਬ ਦਿੱਤਾ ਜਾਂਦਾ ਸੀ ਉਸ ਵਕਤ, ਹੈ ਨਾ। ਹੁਣ ਸਮਾਂ ਅਜਿਹਾ ਆ ਗਿਆ, ਜੇ ਰਾਮ ਰਹੀਮ ਦੀ ਵੀ ਆਪਾਂ ਗੱਲ ਕਰੀਏ ਤਾਂ ਤੁਸੀਂ ਅੱਜ ਇੱਕ ਲੰਬੀ ਪਾਰੀ ਅਕਾਲੀ ਦਲ ਨਾਲ ਖੇਡੀ, ਉਸ ਤੋਂ ਬਾਅਦ ਤੁਸੀਂ ਅੱਜ ਸਵਾਲ ਉਹਨਾਂ ਦੇ ਉੱਤੇ ਚੱਕ ਰਹੇ ਹੋ, ਸੁਖਬੀਰ ਬਾਦਲ 'ਤੇ ਸਵਾਲ ਚੱਕ ਰਹੇ ਹੋ। ਅੱਜ ਕੀ ਕਾਰਨ ਹੈ ਵੀ ਉਸ ਟਾਈਮ ਦੇ ਉੱਤੇ ਤੁਸੀਂ ਉਹਨਾਂ ਦੇ ਜਵਾਬ ਦਿੰਦੇ ਸੀ, ਅੱਜ ਉਹੀ ਸਵਾਲ ਚੁੱਕ ਰਹੇ ਹੋ ਤੁਸੀਂ? ਦੇਖੋ ਗੱਲ ਇਹ ਹੈ, ਮੈਨੂੰ ਸਵਾਲ ਕਰਦੇ ਸੀ ਲੋਕੀ ਕਿ ਰਾਮ ਰਹੀਮ ਨੂੰ ਮਾਫ਼ ਕਿਉਂ ਕੀਤਾ, ਤੁਸੀਂ ਕਿਉਂ ਮੰਨਿਆ? ਅਸੀਂ ਤਾਂ ਮੰਨਿਆ ਕਿ ਸਾਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਹੋਇਆ ਸੀ, ਸੱਚਾਈ ਹੈ। ਪਰ ਸਾਨੂੰ ਦੁੱਖ ਵਿੱਚ ਇਹ ਦੁੱਖ ਸੀਗਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਕਰਵਾਇਆ ਕਿਹਨੇ। ਅਸੀਂ ਉਸ ਵੇਲੇ ਤਾਂ ਚੁੱਪ ਰਹਿੰਦੇ ਸੀਗੇ ਕਿ ਅਸੀਂ ਅੰਦਰ ਖਾਤੇ ਕਹਿੰਦੇ ਸੀ ਜਾ ਕੇ ਮਾफ़ੀ ਮੰਗ ਲਓ। ਅੱਜ ਵੀ ਸਾਰੇ ਕਹਿ ਰਹੇ ਹੈ ਪਾਰਟੀ ਵਾਲੇ ਵੀ ਗਲਤੀ ਹੋ ਗਈ ਹੈ, ਉੱਥੇ ਜਾ ਕੇ ਗੁਰੂ ਦੇ ਦਰਬਾਰ 'ਚ ਲੇਟ ਜਾਓ, ਗੁਰੂ ਰਾਮਦਾਸ ਦੇ ਚਰਨਾਂ 'ਚ ਜਾ ਕੇ ਸਿਰ ਝੁਕਾ ਕੇ ਕਹਿ ਦਿਓ, ਹੇ ਸੱਚੇ ਪਾਤਸ਼ਾਹ ਵੱਡੀ ਭੁੱਲ ਹੋ ਗਈ ਹੈ, ਸਾਨੂੰ ਖਿਮਾ ਕਰੇ ਕੌਮ, ਜਿਹੜੇ ਕਰਕੇ ਉਹਨਾਂ ਦੇ ਮਨ 'ਚ ਰੋਸ ਹੈ। ਹੁਣ ਉਹ ਕੀਤਾ ਹੋਇਆ ਕੰਮ ਤੇ ਵਾਪਸ ਨਹੀਂ ਆ ਸਕਦਾ। ਜਿਹੜਾ ਕਮ ਸੇ ਕਮ ਅੱਜ ਅਸੀਂ ਕੀ ਕਹਿ ਸਕਦੇ ਹਾਂ ਜੀ, ਪਰਮਾਤਮਾ ਬਖਸ਼ਣ ਆ ਰਿਹਾ। ਗੁਰੂ ਕਹਿੰਦਾ ਤੂੰ ਜਿੰਨੇ ਮਰਜ਼ੀ ਕੋਟ ਅਪਰਾਧ ਕਰ ਲੈ, ਜੇ ਤੂੰ ਸ਼ਰਨ ਆ ਜਾਏਗਾ, ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਇਹ ਪਰਮਾਤਮਾ ਦਾ ਬਿਰਧ ਹੈ, ਗੁਰੂ ਸਾਹਿਬ ਦਾ ਬਿਰਧ ਹੈ। ਸੋ ਮੈਂ ਸਮਝਦੀ ਹਾਂ ਕਿ ਇਹ ਸਾਰੇ ਉਹਨਾਂ ਨੂੰ ਕਹਿ ਰਹੇ ਸੀ ਵੀ ਇਹ ਜੇ ਗਲਤੀ ਹੋਈ ਹੈ ਤਾਂ ਤੁਸੀਂ ਜਾ ਕੇ ਉੱਥੇ ਲੇਟ ਜਾਓ, ਗੁਰੂ ਦੇ ਘਰ 'ਚ ਜਾ ਕੇ ਨੀਵੇਂ ਹੋ ਕੇ ਜਾਓ। ਕਹਿਣ 'ਤੇ ਕਿਉਂ ਕੋਈ ਜਾਵੇ?
ਜੇ ਮੈਨੂੰ ਪਤਾ ਲੱਗਦਾ ਕਿ ਮੈਂ ਇਹ ਗਲਤ ਹੈ ਤੇ ਮੈਂ ਅੰਦਰ ਵੜ ਕੇ ਗੁਰੂ ਦੇ ਸਾਹਿਬ ਦੇ ਚਰਨਾਂ 'ਚ ਕਹਾਂ ਸੱਚੇ ਪਾਤਸ਼ਾਹ ਮੈਨੂੰ ਬਖਸ਼ ਦੇ, ਹਮ ਅਵਗੁਣ ਪਰੇ ਇੱਕ ਗੁਣ ਨਾਈ। ਤੇ ਜੇ ਕਹਿ ਕੇ ਕਹੀਏ ਤੇ ਉਹ ਕਾਹਦੀ ਮਾਫੀ ਹੋਈ? ਮਤਲਬ ਕਹਿਣ ਤੋਂ ਭਾਵ ਕਿ ਇਹ ਗੱਲਾਂ ਸਾਨੂੰ ਰੜਕਦੀਆਂ ਸੀ। ਹੁਣ ਕੀ ਕਹੀਏ ਜੀ, ਜਿਸ ਜਥੇਦਾਰ ਨੇ ਉਸ ਵੇਲੇ ਹੁਕਮ ਸੁਣਾਇਆ ਸੀ ਉਸ ਜਥੇਦਾਰ ਨੂੰ ਅੱਜ ਵੀ ਸਾਡੇ ਕੋਲ ਧੱਕਾ ਕਰਵਾ ਕੇ ਅਸੀਂ ਨਹੀਂ ਸੀ ਮੰਨਦੇ। ਮੈਂ ਨਹੀਂ ਸੀ ਚਾਹੁੰਦੀ ਕਿ ਉਹ ਜਥੇਦਾਰ ਜੀ ਨੂੰ ਉੱਥੇ ਕੋਠੀ ਦਿੱਤੀ ਜਾਵੇ। ਅੱਜ ਵੀ ਉੱਥੇ ਬੈਠਾ ਹੋਇਆ। ਕਿਉਂ? ਪਰ ਲੱਗਦਾ ਨਹੀਂ ਉਸ ਸਮੇਂ ਜੇ ਖੁੱਲ ਕੇ ਵਿਰੋਧ ਕਰਦੇ ਤੁਸੀਂ ਤਾਂ ਸ਼ਾਇਦ ਮਸਲਾ ਹੱਲ ਹੁੰਦਾ। ਬਾਹਰ ਤੇ ਵਿਰੋਧ ਇਸ ਲਈ ਨਹੀਂ ਸੀ ਕਰਦੇ ਵੀ ਕੌਮ ਵਿੱਚ ਕਿਉਂ ਪਾੜੇ ਪਾਉਣੇ ਆ, ਪਾਰਟੀ 'ਚ ਕਿਉਂ ਪਾੜਾ ਪਾਉਣਾ, ਵੀ ਇਹਨਾਂ ਨੂੰ ਅੰਦਰ ਵੜ ਕੇ ਆਪਾਂ ਕਹਿ ਲਈਏ। ਹੁਣ ਜੇ ਅਸੀਂ ਇਹ ਸੋਚਦੇ ਹਾਂ ਕਿ ਉਦੋਂ ਅਸੀਂ ਬੋਲਦੇ ਤੇ ਬੋਲਣ ਵਾਲੀ ਥੋੜ੍ਹੀ ਦੁਨੀਆ ਸੀ ਬੋਲਦੀ ਸੀ, ਬੋਲਦੇ ਤੇ ਅਸੀਂ ਸੀ ਪਰ ਅਸੀਂ ਅੰਦਰ ਬੋਲਦੇ ਸੀ। ਬਾਹਰ ਬੋਲਣਾ ਅਸੀਂ ਮੁਨਾਸਬ ਨਹੀਂ ਸਮਝਦੇ ਕਿਉਂਕਿ ਪਾਰਟੀ ਡਿਸਿਪਲਿਨ ਹੁੰਦਾ ਹੈ। ਥੋੜ੍ਹਾ ਜਿਹਾ ਬੰਦਾ ਸੋਚਦਾ ਨਹੀਂ ਭਾਈ ਇਹਦੇ ਨਾਲ ਸਾਡਾ ਨੁਕਸਾਨ ਪਾਰਟੀ ਦਾ ਹੁੰਦਾ ਹੈ। ਮੈਨੂੰ ਕੀ ਨੁਕਸਾਨ ਹੋਣਾ ਸੀਗਾ ਜੀ? ਮੈਨੂੰ ਤਾਂ ਹੋਣਾ ਹੀ ਨਹੀਂ ਸੀ, ਮੈਨੂੰ ਤਾਂ ਆਹ ਕੁਝ ਹੀ ਹੋਣਾ ਸੀ ਜੋ ਅੱਜ ਹੋ ਗਿਆ। ਇਹ ਚੀਜ਼ ਕੋਈ ਜਿਹੜਾ ਮੈਨੂੰ ਅੱਜ ਬਾਹਰ ਕੀਤਾ ਉਹਨਾਂ ਨੇ, ਇਹ ਕੋਈ ਇੱਕ ਦਿਨ ਦੀ ਗੱਲ ਨਹੀਂ ਹੈ। ਜੇ ਮੈਂ 6-7 ਸਾਲ ਬੋਲਦੀ ਰਹੀ ਹਾਂ, ਕਹਿੰਦੀ ਰਹੀ ਹਾਂ, ਤਾਂ ਹੀ ਉਹਨਾਂ ਦੇ ਮਨ 'ਚ ਵੀ ਇਹ ਜ਼ਿਆਦਾ ਬੋਲਦੀ ਹੈ, ਇਹ ਜ਼ਿਆਦਾ ਕਹਿੰਦੀ ਹੈ। ਇਹ ਸਾਨੂੰ ਕਹਿੰਦੀ ਹੈ ਕਿ ਲੋਕ ਕਹਿੰਦੇ ਹੈ ਕਿ ਪਾਰਟੀ ਦਾ ਕੌਣ ਪੱਠਾ ਬਿਠਾਉਣ ਵਾਲਾ ਹੈ, ਪਾਰਟੀ ਦਾ ਨੁਕਸਾਨ ਕੌਣ ਕਰਨ ਵਾਲਾ ਹੈ, ਨਸ਼ਿਆਂ ਦੀ ਗੱਲ ਕਿਉਂ ਆਈ ਹੈ, ਚਿੱਟੇ ਦਾ ਇਲਜ਼ਾਮ ਕਿਉਂ ਲੱਗਾ, ਕਿਉਂ ਸਾਡੇ ਉੱਤੇ ਪਾਰਟੀ ਦੇ ਵਿੱਚ ਜਿਹੜੀ ਕਰਪਸ਼ਨ ਦੀ ਗੱਲ ਆਈ ਹੈ। ਇਹ ਸਾਰੀਆਂ ਗੱਲਾਂ ਅਸੀਂ ਅੰਦਰ ਚਿੰਤਤ ਸੀ ਸਾਰੇ, ਅੱਜ ਵੀ ਚਿੰਤਤ ਹੈ। ਅੱਜ ਵੀ ਜਿਹੜੇ ਲੀਡਰ ਭਾਵੇਂ ਨਾਲ ਤੁਰੇ ਫਿਰਦੇ ਆ ਨਾ ਜੀ, ਸਾਰੇ ਚਿੰਤਤ ਹੈ। ਬਿਲਕੁਲ ਕੋਈ ਖੁੱਲ੍ਹ ਕੇ ਜਾ ਕੇ ਆਪਣੇ ਇਲਾਕਿਆਂ ਦੇ ਵਿੱਚ ਪਾਰਟੀ ਦੀ ਗੱਲ ਕਰਨੋਂ ਇਸ ਵੇਲੇ ਡਰ ਰਿਹਾ। ਕਹਿੰਦੇ ਸਟੇਜਾਂ 'ਤੇ ਕੀ ਜਾਈਏ, ਕੀ ਗੱਲ ਕਰੀਏ। ਜਦੋਂ ਅਸੀਂ ਕਰਦੇ ਹਾਂ ਤੇ ਲੋਕ ਸਾਨੂੰ ਸਵਾਲ ਕਰਦੇ ਆ। ਸੋ ਸੋਸ਼ਲ ਮੀਡੀਆ ਨੇ ਜਿੰਨਾ ਇਹਨੂੰ ਲੋਕਾਂ ਦੇ ਵਿੱਚ ਅੱਜ ਸਾਰਾ ਪਸਾਰ ਦਿੱਤਾ ਨਾ ਜੀ, ਉਹਨੂੰ ਇਕੱਠਾ ਕਰਨਾ, ਸਮੇਟਣਾ ਇਸ ਵੇਲੇ ਪਾਰਟੀ ਵਾਸਤੇ ਬੜਾ ਔਖਾ ਹੋਇਆ ਪਿਆ। ਸੋ ਇਸ ਕਰਕੇ ਮੈਂ ਸਭੀ ਦੀ, ਚਲੋ ਸਾਡੀ ਵੀ ਗਲਤੀ ਲਾ ਲਓ ਕਿ ਅਸੀਂ ਕੁਝ ਉਹਨਾਂ ਨੂੰ ਅੰਦਰ ਖਾਤੇ ਭਾਵੇਂ ਕਹਿੰਦੇ ਸੀਗੇ, ਬਾਹਰ ਅਸੀਂ ਨਹੀਂ ਬੋਲ ਸਕੇ। ਪਾਰਟੀ ਡਿਸਪਲਿਨ ਕਰਕੇ ਕਹਿ ਲਓ, ਕੋਈ ਜ਼ਾਬਤੇ ਕਰਕੇ ਕਹਿ ਲਓ। ਅਸੀਂ ਚਾਹੁੰਦੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਨਾ ਹੋਵੇ। ਇਹ ਪੰਜਾਬ ਦੀ ਪਾਰਟੀ ਹੈ, ਪੰਜਾਬੀਆਂ ਨੇ ਬੜੀ ਮਿਹਨਤ ਨਾਲ ਬਣਾਈ ਹੈ। ਸਾਡੇ ਬਜ਼ੁਰਗਾਂ ਦੀ ਆਤਮਾ ਨੂੰ ਦੁੱਖ ਹੋਏਗਾ ਜੇ ਇਹ ਖਤਮ ਹੋਵੇ। ਅੱਜ ਕੋਈ ਨਹੀਂ ਚਾਹੁੰਦਾ ਪੰਜਾਬੀ ਕਿ ਸ਼੍ਰੋਮਣੀ ਅਕਾਲੀ ਦਲ ਖਤਮ ਹੋਵੇ। ਕੋਈ ਨਹੀਂ ਚਾਹੁੰਦਾ, ਵਿਦੇਸ਼ਾਂ 'ਚ ਬੈਠਾ ਵੀ ਕੋਈ ਸਿੱਖ ਨਹੀਂ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਖਤਮ ਹੋਵੇ। ਪੰਜਾਬ ਦੀ ਧਰਤੀ ਨੂੰ ਜੇ ਕਿਸੇ ਤੇ ਮਾਣ ਹੈ ਤੇ ਇਕੱਲਾ ਸ਼੍ਰੋਮਣੀ ਅਕਾਲੀ ਦਲ ਤੇ ਮਾਣ ਹੈ। ਸਿਰਫ ਸਾਡੇ ਲੀਡਰਾਂ ਕਰਕੇ, ਸਾਡੇ ਕਰਕੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਮਾੜਾ ਕਹਿਣ ਲੱਗ ਪਏ। ਕਹਿੰਦੇ ਇਹ ਜਿਉਂਦੀ ਰਹਿਣੀ ਚਾਹੀਦੀ ਪਾਰਟੀ, ਪਰ ਜਿਹੜੇ ਇਹਨਾਂ ਦੇ ਆਗੂ ਹੈ ਉਹਨਾਂ ਨੂੰ ਬਦਲਣਾ ਪਏਗਾ। ਬਸ ਆਹ ਤਕਲੀਫ ਹੈ ਜੀ। ਰਾਮ ਰਹੀਮ ਦੀ ਗੱਲ ਕਰ ਲਈਏ, ਚੌਥੀ ਵਾਰ ਪੈਰੋਲ ਮਿਲ ਚੁੱਕੀ ਹੈ। ਇਹਦੇ ਉੱਤੇ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਗੱਲ ਕਹੀ ਹੈ। ਕਹਿੰਦੇ ਕਿ ਆਸਾ ਰਾਮ ਤੇ ਰਾਮ ਰਹੀਮ ਦੋਵਾਂ ਦਾ ਜੁਰਮ ਬਿਲਕੁਲ ਸੇਮ ਹੈ। ਇੱਕ ਪਾਸੇ ਆਸਾ ਰਾਮ ਹੈ ਜਿਹਨੂੰ ਕਦੀ ਪੈਰੋਲ ਹੀ ਨਹੀਂ ਮਿਲੀ, ਤੇ ਹੁਣ ਰਾਮ ਰਹੀਮ ਦੀ ਗੱਲ ਕਰੀਏ ਤਾਂ ਚੌਥੀ ਵਾਰ ਪੈਰੋਲ ਤੇ ਆ, ਤਾਂ ਉੱਧਰ ਬੰਦੀ ਸਿੰਘਾਂ ਨੂੰ ਰਿਹਾਈ ਨਹੀਂ ਮਿਲ ਰਹੀ। ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ, ਦੇਸ਼ ਦਾ ਕਾਨੂੰਨ ਇੱਕ ਹੋਣਾ ਚਾਹੀਦਾ। ਸਿੱਖਾਂ ਲਈ ਵੱਖ ਤੇ ਦੂਸਰੇ ਲਈ ਵੱਖ ਨਹੀਂ ਹੋਣਾ ਚਾਹੀਦਾ। ਕੌਨਸਟੀਟਿਊਸ਼ਨ ਵੀ ਕਹਿੰਦਾ, ਡੈਮੋਕ੍ਰੇਸੀ ਵੀ ਕਹਿੰਦੀ ਤੇ ਕਾਨੂੰਨ ਵੀ ਕਹਿੰਦਾ। ਰਾਮ ਰਹੀਮ ਜਿਹੜੇ ਦੋਸ਼ਾਂ ਵਿੱਚ ਅੰਦਰ ਹੈ ਜੀ, ਭਾਵੇਂ ਉਹ ਬਲਾਤਕਾਰੀ ਦਾ ਦੋਸ਼ ਹੋਵੇ, ਭਾਵੇਂ ਉਹ ਕਤਲ ਦੇ ਦੋਸ਼ ਹੋਣ, ਭਾਵੇਂ ਮਾਨਸਿਕਤਾ ਦਾ ਘਾਣ ਹੋਵੇ, ਭਾਵੇਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਵੇ ਜੀ। ਔਰ ਮੇਰਾ ਖਿਆਲ ਹੈ ਕਿ ਜੋ ਧਰਮ ਵਿੱਚ ਅਨਰਥ ਕਰਨ ਵਾਲਾ ਉਹ ਵਿਅਕਤੀ ਜਿਹਨੇ ਸਾਡੇ ਕਲਚਰ ਨੂੰ ਹੀ ਖਤਮ ਕਰ ਦਿੱਤਾ, ਉਹਨੂੰ ਤੇ ਐਡੀ ਕਰੜੀ ਸਜ਼ਾ ਹੋਣੀ ਚਾਹੀਦੀ ਹੈ ਕਿ ਉਹ ਤੇ ਕਦੀ ਦੁਨੀਆ ਦੀਆਂ ਅੱਖਾਂ ਸਾਹਮਣੇ ਆਉਣਾ ਹੀ ਨਹੀਂ ਚਾਹੀਦਾ। ਪਰ ਉਹਨੂੰ 4 ਵਾਰੀ ਪੈਰੋਲ 10 ਮਹੀਨਿਆਂ 'ਚ ਦੇਣੀ, ਇਹ ਸਮਝੋ ਕਿ ਜੋ ਜ਼ਖਮ ਹੈ ਨਾ ਜੀ ਹਰ ਇੱਕ ਦੇ, ਉਹ ਬਾਰ-ਬਾਰ ਉਹਨਾਂ ਉੱਤੇ ਲੂਣ ਛਿੜਕਿਆ ਜਾਂਦਾ। ਮੈਂ ਤਾਂ ਕਈ ਵਾਰੀ ਸੋਚਦੀ ਹਾਂ ਕਿ ਉਹਨਾਂ ਬੱਚੀਆਂ ਦੇ ਉੱਤੇ ਵੀ ਕੀ ਬੀਤਦਾ ਹੋਏਗਾ ਜਿਹੜੀਆਂ ਪਬਲਿਕ 'ਚ ਆ ਕੇ, ਜਿਹਨਾਂ ਸਾਹਮਣੇ ਆ ਕੇ ਬਿਆਨ ਦੇ ਕੇ ਉਹਨੂੰ ਸਜ਼ਾ ਦਵਾਈ, ਅਤੇ ਉਹਨਾਂ ਦੀ ਫਿਰ ਆਤਮਾ 'ਚ ਕਿੰਨੀ ਕਲਪਦੀ ਹੋਏਗੀ ਕਿ ਜਦੋਂ ਉਹ ਫਿਰ ਬਾਹਰ ਆਉਂਦਾ। ਅਤੇ ਖਾਸ ਕਰਕੇ ਸਿੱਖਾਂ ਨੇ ਜਿਨ੍ਹਾਂ ਨੇ ਐਡੀ ਵੱਡਾ ਅੱਜ ਨੁਕਸਾਨ ਪਾਇਆ ਇਹਦੀ ਖਾਤਰ, ਅਤੇ ਪੰਜਾਬ ਵਾਸੀ ਵਰਲਡ ਵਿੱਚ ਵਸਦੇ ਸਿੱਖਾਂ ਦੇ ਅੱਜ ਦੁਨੀਆ ਦੇ ਜਿਹੜੇ ਹਿਰਦੇ ਬਲੂੰਦਰੇ ਜਾਂਦੇ ਹੈ, ਅਤੇ ਸਰਕਾਰ ਕਿਉਂ ਨਹੀਂ ਸੋਚਦੀ? ਇਹ ਹਰਿਆਣਾ ਸਰਕਾਰ ਨੂੰ ਕੀ ਮਜਬੂਰੀ ਹੈ ਕਿ ਬਾਰ-ਬਾਰ ਉਹਨੂੰ ਪੈਰੋਲ 'ਤੇ ਭੇਜਦੇ ਆ?
ਫਿਰ ਪੈਰੋਲ ਤੇ ਆ ਕੇ ਕੋਈ ਸ਼ਰਤਾਂ ਹੁੰਦੀਆਂ ਨੇ ਕਿ ਇਹ ਪਬਲਿਕ 'ਚ ਇਹ ਕੰਮ ਨਹੀਂ ਕਰ ਸਕਦਾ, ਉੱਥੇ ਕੋਈ ਸ਼ਰਤ ਨਹੀਂ ਲੱਗਦੀ। ਉਹ ਫਿਰ ਆਪਣੀਆਂ ਸਤਸੰਗ ਵੀ ਕਰਦਾ ਹੈ, ਆਪਣੀ ਗੱਲ ਵੀ ਕਹਿੰਦਾ, ਲੋਕਾਂ 'ਚ ਨਾਚ ਵੀ ਉਸੇ ਤਰ੍ਹਾਂ ਕਰਦਾ ਹੈ। ਬੜੇ ਦੁੱਖ ਦੀ ਗੱਲ ਹੈ, ਅੱਜ ਫਿਰ ਉਹ ਪੈਰੋਲ ਤੇ ਆਇਆ। ਉਹਨਾਂ ਸੋਚਣਾ ਚਾਹੀਦਾ, ਚਲੋ ਮੰਨ ਲਿਆ ਕਿ 10 ਸਾਲ ਬਾਅਦ ਕਿਤੇ ਕੋਈ ਇੱਕ ਅੱਧੀ ਵਾਰੀ ਪੈਰੋਲ ਹੋ ਜੇ, ਪਰ ਬੰਦੀ ਸਿੱਖ ਜਿਹੜੇ ਉਹਨਾਂ ਨੂੰ 30 ਸਾਲ ਹੋ ਗਏ, 25 ਸਾਲ, ਉਹਨਾਂ ਨੂੰ ਪੈਰੋਲ ਹੀ ਕੋਈ ਨਹੀਂ। ਬਿਲਕੁਲ। ਇਹ ਕਿਉਂ? ਕਾਨੂੰਨ ਤੇ ਇੱਕ ਹੋਣਾ ਚਾਹੀਦਾ ਨਾ ਜੀ। ਜੇ ਉਹਨਾਂ ਤੇ ਕਤਲ ਦਾ ਦੋਸ਼ ਸੀ, ਇਹਨਾਂ ਤੇ ਵੀ ਕਤਲਾਂ ਦੇ ਦੋਸ਼, ਚਲੋ ਮੰਨ ਲਓ ਕਤਲ ਦਾ ਦੋਸ਼ ਸੀ ਤੇ ਸਜ਼ਾ ਹੋ ਗਈ ਕਾਨੂੰਨ ਦੇ ਅਨੁਸਾਰ। ਸਜ਼ਾ 10 ਸਾਲ ਦੀ ਹੋ ਗਈ, 15 ਸਾਲ ਦੀ ਹੋ ਗਈ, 20 ਸਾਲ ਦੀ ਹੋ ਗਈ, ਡਬਲ ਜਿਹੜੀ ਇਹ ਸਜ਼ਾਵਾਂ ਅੱਜ ਭੁਗਤ ਲਈਆਂ ਬੰਦੀ ਸਿੱਖਾਂ ਨੇ। ਹੁਣ ਹਰ ਬਸ਼ਰ ਦੀ ਆਵਾਜ਼ ਹੈ, ਮੈਂ ਕਹਿੰਦੀ ਧਰਮ ਨੂੰ ਇੱਕ ਪਾਸੇ ਛੱਡ ਕੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਜਿਹੜੀ ਹੋ ਰਹੀ ਹੈ, ਹਰ ਵਿਅਕਤੀ ਭਾਵੇਂ ਕੋਈ ਹਿੰਦੂ ਹੈ, ਮੁਸਲਮ ਹੈ, ਈਸਾਈ ਹੈ, ਸਿੱਖ ਹੈ, ਹਰ ਇੱਕ ਦੇ ਮਨ 'ਚ ਹੈ ਕਿ ਭਾਈ ਇਹ ਤੇ ਇਨਜਸਟਿਸ ਹੈ, ਇਹ ਤੇ ਇਨਜਸਟਿਸ ਹੈ। ਇਨਜਸਟਿਸ ਨਹੀਂ ਹੋਣਾ ਚਾਹੀਦਾ, ਜਸਟਿਸ ਹੋਣਾ ਚਾਹੀਦਾ। ਜੇ ਤੁਸੀਂ ਪੈਰੋਲ ਨਹੀਂ ਦਿੱਤੀ, ਕਮ ਸੇ ਕਮ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ, ਬਿਨਾਂ ਸਜ਼ਾਵਾਂ ਤੋਂ ਉਹਨਾਂ ਨੂੰ ਅੰਦਰ ਕਿਉਂ ਰੱਖਿਆ ਗਿਆ? ਅੱਜ ਹਰ ਇੱਕ ਦੇ ਮਨ ਤੇ ਪੀੜ ਵੀ ਹੈ, ਦੁੱਖ ਵੀ ਹੈ, ਦਰਦ ਵੀ ਹੈ, ਮੋਰਚੇ ਲੱਗ ਰਹੇ ਹੈ। ਅੱਜ ਚੰਡੀਗੜ੍ਹ 'ਚ ਮੋਰਚਾ ਲੱਗਾ ਹੋਇਆ, ਕੌਮੀ ਇਨਸਾਫ ਮੋਰਚਾ ਲੱਗਾ ਵੀ ਕੌਮ ਨੂੰ ਇਨਸਾਫ ਦਿਓ। ਤਾਂ ਹੀ ਕਰਕੇ ਫਿਰ ਸਿੱਖ ਜਿਹੜੇ ਉਬਲਦੇ ਹੈ। ਬਿਲਕੁਲ। ਜੋ ਤੁਸੀਂ ਕਹਿੰਦੇ ਨਾ, ਸਿੱਖ ਜਿਹੜਾ ਉਹ ਬਹੁਤ ਸਹਿਜ ਵਾਲਾ ਵੀ ਹੈ, ਪਰ ਇੱਕ ਪਾਣੀ ਦੀ ਤਰ੍ਹਾਂ ਦਾ ਸੁਭਾਅ। ਜਦੋਂ ਤੁਸੀਂ ਇਹਨੂੰ ਜਿੰਨਾ ਤੰਗ ਕਰੋਗੇ, ਜਿੰਨਾ ਥੱਲੇ ਅੱਗ ਬਾਲੋਗੇ, ਪਾਣੀ ਉਨੀ ਭਾਫ ਬਣਦੀ ਹੈ। ਇਸੇ ਤਰ੍ਹਾਂ ਸਿੱਖਾਂ ਦੇ ਅੱਗੇ ਜਿੰਨਾ ਤੁਸੀਂ ਜ਼ੁਲਮ ਕਰੋਗੇ, ਜਿੰਨਾ ਧੱਕਾ ਕਰੋਗੇ, ਜਿੰਨਾ ਇਹਨਾਂ ਨੂੰ ਡਰਾਓਗੇ, ਜਿੰਨਾ ਦਬਾਓਗੇ, ਜਿੰਨਾ ਇਹ 'ਤੇ ਜ਼ੁਲਮ ਕਰੋਗੇ, ਓਨਾ ਇਹ ਹੋਰ ਉੱਭਰਦਾ, ਹੋਰ ਆਪਣੀ ਆਵਾਜ਼ ਨੂੰ ਉੱਚੀ ਕਰਦਾ। ਸੋ ਮੈਂ ਸਮਝਦੀ ਹਾਂ ਕਿ ਅੱਜ ਕਾਨੂੰਨ ਜਿਹੜਾ ਇਨਸਾਫ ਦੇਵੇ। ਭਾਰਤ ਸਰਕਾਰ ਨੂੰ ਬੜਾ ਇਹਨੂੰ ਸੰਜੀਦਾ ਢੰਗ ਨਾਲ ਲੈਣੀ ਚਾਹੀਦੀ ਹੈ ਕਿ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਉਹਨਾਂ ਨੂੰ ਬਾਹਰ ਭੇਜਣ, ਤਾਂ ਜੋ ਆਪਣੇ ਪਰਿਵਾਰਾਂ ਵਿੱਚ ਆ ਕੇ ਵਿਚਾਰੇ ਕੋਈ ਦੁੱਖ ਸੁੱਖ ਦੇਖ ਸਕਣ। ਕਈਆਂ ਨੇ ਤੇ ਮੇਰੇ ਖਿਆਲ ਪਰਿਵਾਰਾਂ ਦੇ ਬੱਚਿਆਂ ਨੇ ਤਾਂ ਮੂੰਹ ਵੀ ਨਹੀਂ ਦੇਖਿਆ ਹੋਣਾ। ਇੰਨਾ ਮਤਲਬ ਜ਼ੁਲਮ ਨਹੀਂ ਹੋਣਾ ਚਾਹੀਦਾ। ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਲਗਾਤਾਰ ਤੁਹਾਡੀ ਆਵਾਜ਼ ਜਿਹੜੀ ਬੁਲੰਦੀ ਰਹੀ ਹੈ। ਬਹੁਤ ਵਾਰ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਵੀ ਕੀਤੀ ਹੈ ਤੇ ਅੱਜ ਮੋਰਚਾ ਵੀ ਲੱਗਾ ਹੈ। ਤੁਸੀਂ ਮੋਰਚੇ ਦੇ ਵਿੱਚ ਸ਼ਾਮਲ ਕਿਉਂ ਨਹੀਂ ਹੋਏ, ਜਾ ਕੇ ਬੈਠੇ ਕਿਉਂ ਨਹੀਂ? ਕੋਈ ਨਹੀਂ ਜੀ, ਦੇਖੋ ਗੱਲ ਇਹ ਹੈ ਕਿ ਹੋ ਸਕਦਾ, ਕਿਉਂਕਿ ਮੈਨੂੰ ਕੱਲ੍ਹ ਕੋਈ ਫੋਨ ਆਇਆ ਸੀ ਉਹਨਾਂ ਦਾ। ਦੇਖੋ, ਮੈਨੂੰ ਜਾਣ ਵਿੱਚ ਕੋਈ ਗੁਰੇਜ਼ ਨਹੀਂ। ਇੱਥੇ ਆਵਾਜ਼ ਦਿੱਤੀ ਜਾਂ ਉੱਥੇ ਜਾ ਕੇ ਆਵਾਜ਼ ਦਿੱਤੀ, ਗੱਲ ਤਾਂ ਇੱਕੋ ਹੀ ਹੈ। ਬਿਲਕੁਲ। ਸਟੇਜਾਂ ਦੇ ਉੱਤੇ ਅਸੀਂ ਬੋਲਦੇ ਹਾਂ ਜੀ, ਲੋਕਾਂ 'ਚ ਬੈਠਦੇ ਹਾਂ, ਉੱਥੇ ਬੋਲਦੇ ਹਾਂ, ਉਹ ਵੀ ਸਟੇਜ ਹੈ ਇੱਕ। ਜੇ ਉੱਥੇ ਪਬਲਿਕ ਦੀ ਸਟੇਜ ਹੈ, ਇੱਥੇ ਪਬਲਿਕ ਦੀ ਸਟੇਜਾਂ ਦੇ ਉੱਤੇ ਅਸੀਂ ਗੱਲ ਕਰਦੇ ਹਾਂ। ਕਈ ਵਾਰ ਇਸ ਤਰ੍ਹਾਂ ਹੁੰਦੀ ਹੈ ਕਿਉਂਕਿ ਉੱਥੇ ਵੱਖ-ਵੱਖ ਤਰ੍ਹਾਂ ਦੇ ਸੁਭਾਵਾਂ ਦੀ ਸੰਗਤ ਹੁੰਦੀ ਹੈ। ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਦੋਂ ਕਿਸਾਨ ਮੋਰਚਾ ਲੱਗਾ ਹੋਇਆ ਸੀ ਤੇ ਅਸੀਂ ਬਹੁਤ ਸਮਾਨ ਭੇਜਿਆ ਤੇ ਬੜੀ ਆਪਣੇ ਵੱਲੋਂ ਕੋਸ਼ਿਸ਼ ਕੀਤੀ ਕਿ ਪੂਰੀ ਸੇਵਾ ਕੀਤੀ। ਉਸ ਵੇਲੇ ਮੈਂ ਉੱਥੇ ਦੇ ਜ਼ਿੰਮੇਵਾਰ ਸੱਜਣਾਂ ਨੂੰ ਪੁੱਛਿਆ, ਜਿਹੜੇ ਮੋਹਤਵਾਰ ਸੀ, ਮੈਂ ਉਹਨੂੰ ਕਿਹਾ ਕਿ ਮੇਰਾ ਜੀ ਕਰਦਾ ਕਿ ਮੈਂ ਇੱਥੇ ਆ ਕੇ ਦੇਖ ਜਾਵਾਂ, ਸੁਪਰਵਾਈਜ਼ ਕਰ ਜਾਵਾਂ, ਥੋੜ੍ਹਾ ਜਿਹਾ ਦੇਖ ਲਾਂ ਵੀ ਕੀ ਕਮੀ ਹੈ, ਕੀ ਹੋਰ ਕਰਨਾ ਚਾਹੀਦਾ। ਉਹਨਾਂ ਨੇ ਮੈਨੂੰ ਇੱਕ ਗੱਲ ਕਹੀ, ਕਹਿੰਦੇ ਬੀਬੀ ਜੀ ਇੱਥੇ ਭਾਂਤ ਭਾਂਤੀ ਸੋਚ ਦੇ ਵਿਚਾਰਾਂ ਦੇ ਲੋਕ ਨੇ ਆਏ ਆ, ਕਿਉਂਕਿ ਸਾਰੀ ਸਟੇਟਾਂ 'ਚੋਂ ਆਏ ਸੀਗੇ। ਅਤੇ ਕਹਿੰਦੇ ਵੀ ਕਈ ਵਾਰੀ ਕਈ ਪਾਰਟੀ ਲੈਵਲ ਦੇ ਉੱਤੇ ਵਿਤਕਰੇ ਹੁੰਦੇ ਹੈ, ਕਈਆਂ ਦਾ ਵੱਖਰੀ ਵਿਚਾਰਧਾਰਾ ਹੁੰਦੀ ਹੈ। ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੁਰਸੀ ਜਿਹੜੀ ਹੈ ਨਾ ਜੀ, ਉਹ ਪਦਵੀ ਜਿਹੜੀ ਹੈ ਬੜੀ ਸਤਿਕਾਰਯੋਗ ਹੈ। ਕੋਈ ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ, ਪਰ ਕੋਈ ਐਸੇ ਵਿਅਕਤੀ ਵੀ ਹੈ, ਪੋਲੀਟੀਕਲੀ ਸੋਚ ਵੀ ਨੈਗੇਟਿਵ ਹੋ ਸਕਦੀ ਹੈ, ਤੁਹਾਡੇ ਖਿਲਾਫ ਵੀ ਕੋਈ ਨੈਗੇਟਿਵ ਗੱਲ ਕਰ ਸਕਦਾ। ਅਸੀਂ ਨਹੀਂ ਚਾਹੁੰਦੇ ਕਿ ਉਸ ਪਦਵੀ ਨੂੰ ਕੋਈ ਆਂਚ ਆਵੇ। ਜਿਸ ਤਰ੍ਹਾਂ ਹੁਣ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਗਏ, ਪ੍ਰਧਾਨ ਸਾਹਿਬ, ਹਾਲਾਂਕਿ ਉਹ ਐਜ਼ ਏ ਹਰਜਿੰਦਰ ਸਿੰਘ ਧਾਮੀ ਨਹੀਂ ਗਏ, ਉਹ ਐਜ਼ ਏ ਬਤੌਰ ਪ੍ਰਧਾਨ ਗਏ ਸੀ SGPC। ਸਭਨਾਂ ਨੇ ਇਸ ਗੱਲ ਮਹਿਸੂਸ ਕੀਤਾ ਕਿ ਜੇ ਉਹ ਗਏ ਸੀ, ਤੁਸੀਂ ਆਪਣਾ ਵਿਚਾਰਾਂ ਦੀ ਸਾਂਝ ਕਰਨੀ ਇੱਕ ਪਾਸੇ ਬੈਠ ਕੇ ਕਰ ਲਓ। ਪਰ ਜੋ ਉਹਦੇ ਨਾਲ ਉੱਥੇ ਵਰਤਾਓ ਹੋਇਆ, ਹਰ ਇੱਕ ਦੇ ਮਨ 'ਚ ਹੈ ਵੀ ਜੇ ਇਸ ਤਰ੍ਹਾਂ ਦਾ ਵਰਤਾਓ ਹੀ ਉੱਥੇ ਕਰਾਉਣਾ, ਫਿਰ ਉੱਥੇ ਜਾ ਕੇ ਆਵਾਜ਼ ਜ਼ਰੂਰ ਉਠਾਉਣੀ, ਬਾਹਰ ਹੀ ਉਠਾ ਲਓ। ਜੇ ਮਹਿਸੂਸ ਕੀਤਾ, ਮੇਰਾ ਮਨ ਆਇਆ ਜਿੱਦਣ ਹੋਇਆ ਦਿਲ, ਤੇ ਜਾਵਾਂਗੇ ਵੀ। ਮੈਨੂੰ ਕੋਈ ਇਹ ਨਹੀਂ ਕਿ ਮੈਨੂੰ ਕੋਈ ਕਿਸੇ ਤੋਂ ਮੈਨੂੰ ਡਰ ਹੈ ਜਾਂ ਮੈਨੂੰ ਕਿਸੇ ਨੇ ਧਮਕਾਇਆ ਜਾਂ ਡਰਾਇਆ, ਤੇ ਹੋ ਸਕਦਾ ਜਿੱਦਣ ਮਨ ਬਣਿਆ ਚਲੇ ਵੀ ਜਾਵਾਂਗੇ ਜੀ। ਇਹ ਤਾਂ ਮੌਜ ਹੀ ਹੈ ਮਨ ਦੀ। ਬਿਲਕੁਲ। ਇੱਕ ਆਖਰੀ ਸਵਾਲ ਪੁੱਛਣਾ ਚਾਹੂੰਗੀ, ਹੁਣ ਆਪਣਾ ਜਿਹੜਾ ਸਿਆਸੀ ਕਰੀਅਰ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਦੇਖਦੇ ਹੋ, ਜਾਂ ਲੱਗਦਾ ਕਿ ਬੀਬੀ ਜਗੀਰ ਕੌਰ ਕਿਸੇ ਹੋਰ ਪਾਰਟੀ ਦੇ ਨਾਲ ਜੁੜ ਕੇ ਅੱਗੇ ਚੋਣ ਲੜਨ ਦੀ ਤਿਆਰੀ ਕਰਨਗੇ? ਜਿਹੜਾ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦਾ ਪਾਰਟੀ ਦੇ ਲੀਡਰ ਕੰਮ ਕਰ ਰਹੇ ਹੈ, ਉਹਨਾਂ ਨੂੰ ਤਾਂ ਲੋਕ ਮੰਨਦੇ ਹੀ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ।
ਲੋਕੀ ਤੇ ਕਹਿੰਦੇ ਇਹ ਅਕਾਲੀ ਦਲ ਦਾ, ਇਹਨਾਂ ਨੇ ਤੇ ਉਹਦਾ ਕਰਤਾਰ ਹੀ ਖਤਮ ਕਰ ਦਿੱਤਾ, ਅਕਾਲੀ ਦਲ ਦਾ ਇਤਿਹਾਸ ਹੀ ਖਤਮ ਕਰ ਦਿੱਤਾ, ਅਕਾਲੀ ਦਲ ਦਾ ਤੇ ਇਹਨਾਂ ਨੇ ਰੱਖਿਆ ਹੀ ਨਹੀਂ, ਉਹਦਾ ਕਲਚਰ ਕੀ ਹੈ ਖਤਮ ਕਰਤਾ। ਮੈਂ ਕਿਸੇ ਪਾਰਟੀ 'ਚ ਨਹੀਂ ਜਾ ਸਕਦੀ, ਇਹ ਮੇਰੀ ਆਪਣੀ ਅੰਦਰ ਦੀ ਆਤਮਾ ਦੀ ਆਵਾਜ਼ ਹੈ। ਕਿਸੇ ਪਾਰਟੀ ਨੂੰ ਮੈਂ ਨਹੀਂ ਅਪਣਾ ਸਕਦੀ, ਮੈਂ ਸਤਿਕਾਰ ਸਭ ਦਾ ਕਰਦੀ ਹਾਂ, ਪਰ ਸ਼੍ਰੋਮਣੀ ਅਕਾਲੀ ਦਲ ਮੇਰੀ ਪਾਰਟੀ ਹੈ। ਮੇਰੇ ਮਹਾਂਪੁਰਖਾਂ ਨੇ ਇੱਥੇ ਸਾਰੀ ਜ਼ਿੰਦਗੀ ਸੇਵਾ ਕੀਤੀ ਹੈ, ਮੇਰੇ ਸਹੁਰਾ ਸਾਹਿਬ ਨੇ ਸਾਰੀ ਜ਼ਿੰਦਗੀ ਸੇਵਾ ਕੀਤੀ ਹੈ। ਜਗੀਰ ਕੌਰ ਜਦੋਂ ਦੀ ਤੁਰੀ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਨਹੀਂ ਹੋ ਸਕਦੀ, ਨਾ ਜਾ ਸਕਦੀ, ਇੱਕ ਵੀ ਪੈਰ ਮੇਰਾ ਬਾਹਰ ਨਹੀਂ ਜਾ ਸਕਦਾ। ਪਾਰਟੀ ਮਜ਼ਬੂਤ ਕਰਾਂਗੀ ਔਰ ਪਾਰਟੀ ਦਾ ਕਲਚਰ ਪੈਦਾ ਕਰਾਂਗੀ, ਪਾਰਟੀ ਨੂੰ ਪੁਨਰ ਸੁਰਜੀਤ ਕਰਾਂਗੀ। ਹੁਣ ਖਾਲੀ ਅਕਾਲੀ ਦਲ ਨਹੀਂ ਰਹੇਗਾ, ਹੁਣ ਸ਼੍ਰੋਮਣੀ ਅਕਾਲੀ ਦਲ ਬਣੇਗਾ ਤੇ ਮੈਂ ਦਿਨ ਰਾਤ ਪਹਿਰੇਦਾਰੀ ਕਰਾਂਗੀ। ਮੇਰੇ ਨਾਲ ਬਹੁਤ ਵੱਡੀ ਟੀਮ ਚੱਲ ਰਹੀ ਹੈ, ਸਾਰੇ ਵਰਕਰ ਜਿਹੜੇ ਹੈ ਇਸ ਗੱਲ ਦੇ ਉੱਤੇ ਸੋਚ ਰਹੇ ਹੈ ਕਿ ਅਸੀਂ ਕਿਸ ਢੰਗ ਨਾਲ ਔਰਗੇਨਾਈਜ਼ ਕਰੀਏ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਫਿਰ ਆਪਣੇ ਪੈਰਾਂ 'ਤੇ ਖੜਾ ਹੋ ਸਕੇ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਬਿਲਕੁਲ ਇਹ ਸਨ ਬੀਬੀ ਜਗੀਰ ਕੌਰ, ਜਿਨ੍ਹਾਂ ਦੇ ਨਾਲ ਸਿਆਸਤ ਦੀਆਂ ਕੁਝ ਗੱਲਾਂ ਜਿਹੜੀਆਂ ਨੇ ਸਾਂਝੀਆਂ ਕੀਤੀਆਂ ਨੇ। ਤੇ ਬੀਬੀ ਜਗੀਰ ਕੌਰ ਹੋਣਾ ਦਾ ਜੋ ਅਗਲਾ ਰੁਖ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਜੀਵਨ ਦੇਣਾ, ਕਿ ਲੋਕ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਮੁੜ ਤੋਂ ਭਰੋਸਾ ਕਰ ਸਕਣ। ਹੁਣ ਵੇਖਣਾ ਇਹ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੋਰ ਕੀ ਹਲਚਲ ਹੁੰਦੀ ਹੈ। ਕੈਮਰਾ ਪਰਸਨ ਰਮਨ ਨਾਲ ਮਨਪ੍ਰੀਤ ਕੌਰ, ਲਾਈਵ ਪੰਜਾਬੀ ਟੀਵੀ, ਭੁਲੱਥ।